ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਗੁਰ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਧਰੋਂ ਧਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਨਿਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਤ, ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ, ਤੇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਸਾਂ ਪਾਤਸ਼ਾਹੀਆਂ ਦੀ ਜੋਤ, ਤਖਤ ਚੌਰ ਛੱਤ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੀ ਅਪਰ ਅਪਾਰ ਕਿਰਪਾ ਦਾ ਸਦਕਾ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੇ ਪਾਵਨੀ ਅਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਸਤਿਗੁਰੂ ਜੀ ਦੇ ਪਾਵਨ ਚਰਨਾਂ ਦੀ ਹਾਜ਼ਰੀ ਭਰ ਰਹੀ ਗੁਰੂ ਕੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀਓ। ਗਰੀਬ ਨਵਾਜ ਸਾਹਿਬ ਜੀ ਨੇ ਕਿਰਪਾ ਕੀਤੀ ਹੈ, ਸਤ ਸੰਗਤ ਦਾ ਅਮੋਲਕ ਸੁਭਾਗਾ ਸਮਾਂ ਬਖਸ਼ਿਸ਼ ਕੀਤਾ ਹੈ। ਸਤ ਸੰਗਤ ਸਾਧ ਪਾਈ ਵਡਭਾਗੀ, ਮਨ ਚਲਤਾ ਭਇਓ ਅਧੂਰਾ। ਗਰੀਬ ਨਵਾਜ ਕਹਿੰਦੇ ਜਿਸ ਵੇਲੇ ਵੱਡੇ ਭਾਗ ਹੋਣ, ਗੁਰੂ ਦੀ ਕਿਰਪਾ ਹੋਵੇ ਤਾਂ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਹੁੰਦੀਆਂ ਹਨ। ਸਾਡਾ ਸੰਸਾਰੀ ਜੀਵਾਂ ਦਾ ਮਨ ਚੰਚਲ ਹੈ, ਭੱਜਣ ਦੌੜਨ ਵਾਲਾ ਹੈ, ਔਰ ਜਿਸ ਵੇਲੇ ਗੁਰੂ ਕੀ ਕਿਰਪਾ ਹੋਵੇ, ਵੱਡੇ ਭਾਗ ਹੋਣ, ਸਤ ਸੰਗਤ ਪ੍ਰਾਪਤ ਹੋਵੇ ਤਾਂ ਇਹ ਚੰਚਲ ਮਨ, ਇਹ ਤੇਜ ਮਨ ਫਿਰ ਟਿਕਾ ਦੇ ਸਹਿਤ ਹੋ ਜਾਂਦਾ ਹੈ, ਟਿਕ ਜਾਂਦਾ। ਕਬੀਰ ਮਨ ਪੰਖੀ ਭਇਓ, ਉੱਡ ਉੱਡ ਦਹਿ ਦਿਸ ਜਾਏ। ਮਨ ਇੱਕ ਪੰਛੀ ਦੀ ਨਿਆਈ ਹੈ, ਉਡਾਰੀਆਂ ਮਾਰ ਮਾਰ ਕੇ ਪੁਰਨਿਆਂ ਦੀਆਂ ਦਸਾਂ ਦਿਸ਼ਾਵਾਂ ਨੂੰ ਜਾਂਦਾ ਹੈ। ਜੋ ਜੈਸੀ ਸੰਗਤ ਮਿਲੈ ਸੋ ਤੈਸੋ ਫਲ ਖਾਏ।
ਜੋ ਜੀਵ ਜਿਹੋ ਜਿਹੀ ਸੰਗਤ ਵਿੱਚ ਮਿਲਦਾ ਹੈ ਉਹੋ ਜਿਹਾ ਫਲ ਫਿਰ ਇਹ ਮਨ ਰੂਪੀ ਪੰਛੀ ਨੂੰ ਖਾਣਾ ਪੈਂਦਾ ਹੈ। ਇਸ ਕਰਕੇ ਇਹ ਵੱਡਿਆਂ ਭਾਗਾਂ ਦੇ ਨਾਲ ਸਤ ਸੰਗਤ ਪ੍ਰਾਪਤ ਹੁੰਦੀ ਹੈ, ਗੁਰੂ ਸਾਹਿਬ ਜੀ ਕੇ ਦਰਸ਼ਨ ਪ੍ਰਾਪਤ ਹੁੰਦੇ ਹਨ। ਔਰ ਇਸ ਸਮੇਂ ਨੂੰ ਤਾਂ ਹੀ ਧਨਤਾ ਦੇ ਯੋਗ ਆਖਿਆ ਹੈ। ਧਨ ਸੋ ਵੇਲਾ ਜਿਤ ਦਰਸ਼ਨ ਕਰਨਾ, ਹਉ ਬਲਿਹਾਰੀ ਸਤਿਗੁਰ ਚਰਨਾ। ਧਨ ਸੋ ਵੇਲਾ ਘੜੀ ਧਨ, ਧਨ ਮੂਰਤ ਫਲ ਸਾਰ। ਧਨ ਸੋ ਦਿਨ ਸੋ ਸੰਜੋਗੜਾ, ਜਿਤ ਡਿਠਾ ਗੁਰ ਦਰਸਾਰ। ਜਗਤ ਗੁਰੂ ਜਾਹਰ ਪੀਰ ਜਗਤ ਗੁਰ ਬਾਬਾ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਸਥਾਨ ਤੇ ਲੜੀਵਾਰ ਰੂਪ ਦੇ ਵਿੱਚ ਦਸ਼ਮੇਸ਼ ਪਿਤਾ, ਅੰਮ੍ਰਿਤ ਕੇ ਦਾਤੇ, ਪੰਥ ਕੇ ਵਾਲੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦਾ ਪਾਵਨ ਇਤਿਹਾਸ ਚੱਲ ਰਿਹਾ ਹੈ। ਕੱਲ੍ਹ ਦੇ ਦੀਵਾਨ ਵਿੱਚ ਸਾਧ ਸੰਗਤ ਜੀ ਆਪਾਂ ਸਰਵਣ ਕੀਤਾ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਖਾਲਸੇ ਦੇ ਸਮੇਤ, ਆਪਣੇ ਸਿੰਘਾਂ ਦੇ ਸਮੇਤ ਮਹਾਰਾਜ ਸਾਹਿਬ ਜੀ ਦਿੱਲੀ ਤੋਂ ਸਤਿਗੁਰੂ ਸਾਹਿਬ ਜੀ ਨੇ ਚਾਲੇ ਪਾਏ। ਔਰ ਰਾਹ ਦੇ ਵਿੱਚ ਪੜਾਅ ਦਰ ਪੜਾਅ 3 ਦਿਨ ਮਹਾਰਾਜ ਸਾਹਿਬ ਜੀ ਨੇ ਥੋੜ੍ਹਾ ਥੋੜ੍ਹਾ ਸਫ਼ਰ ਕਰਕੇ ਤੇ ਫਿਰ ਸਤਿਗੁਰੂ ਜੀ ਮਥੁਰਾ ਸ਼ਹਿਰ ਦੇ ਪਾਸ ਪਹੁੰਚੇ। ਉੱਥੇ ਪੜਾਅ ਕੀਤਾ, ਜਿਸ ਮਥੁਰਾ ਸ਼ਹਿਰ ਦੇ ਵਿੱਚ, ਮਥੁਰਾਪੁਰੀ ਦੇ ਵਿੱਚ ਦੁਆਪਰ ਯੁੱਗ ਦੇ ਅਵਤਾਰ ਭਗਵਾਨ ਕ੍ਰਿਸ਼ਨ ਜੀ ਨੇ ਜੋ ਕੌਤਕ ਕੀਤੇ ਔਰ ਉਹ ਅਸਥਾਨ ਉੱਥੇ ਬਣੇ ਹੋਏ ਹਨ। ਤੇ ਮੌਜ ਦੇ ਮਾਲਕ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਿੰਘਾਂ ਨੂੰ ਕਹਿਣ ਲੱਗੇ ਵੀ ਅਸੀਂ ਹੁਣ ਇਹ ਮਥੁਰਾਪੁਰੀ ਵੇਖਣੀ ਹੈ। ਅੰਮ੍ਰਿਤ ਵੇਲੇ ਦਾ ਇਸ਼ਨਾਨ ਕਰਨ ਤੋਂ ਬਾਅਦ ਅੰਮ੍ਰਿਤ ਵੇਲੇ ਦੇ ਦੀਵਾਨ ਦੀ ਸਮਾਪਤੀ ਜਿਸ ਵੇਲੇ ਹੋਈ ਤੇ ਸਤਿਗੁਰੂ ਗਰੀਬ ਨਿਵਾਜ ਸਾਹਿਬ ਜੀ ਫਿਰ ਮਥੁਰਾ ਸ਼ਹਿਰ ਦੇ ਵਿੱਚ ਪ੍ਰਵੇਸ਼ ਕੀਤਾ। ਜਿੱਥੇ ਜਮਨਾ ਨਦੀ ਵਗਦੀ ਹੈ, ਉਹਦਾ ਸੋਹਣਾ ਪ੍ਰਵਾਹ ਚੱਲਦਾ ਹੈ, ਸਤਿਗੁਰੂ ਸਾਹਿਬ ਜੀ ਨੇ ਉਹ ਵੇਖਿਆ। ਜਿੱਥੇ ਭਗਵਾਨ ਕ੍ਰਿਸ਼ਨ ਨੇ ਸ਼ਿਆਮਲਾ ਸਲੋਨਾ ਰੂਪ ਧਾਰ ਕਰਕੇ ਉੱਥੇ ਵਿਚਰ ਕਰਕੇ ਫਿਰ ਕੇ ਕਈ ਕੌਤਕ ਕੀਤੇ, ਉਹ ਥਾਂ ਵੇਖੇ। ਔਰ ਜਿਸ ਥਾਂ ਦੇ ਉੱਤੇ ਅਨੇਕਾਂ ਦੁਸ਼ਟਾਂ ਦਾ ਇਸ ਨਗਰੀ ਦੇ ਵਿੱਚ ਸੰਘਾਰ ਕੀਤਾ, ਔਰ ਉਹ ਸਾਰੇ ਹੀ ਥਾਂ ਜਿਹੜੇ ਸੀ ਉਹ ਮਹਾਰਾਜ ਸਾਹਿਬ ਜੀ ਨੇ ਵੇਖੇ। ਇਸ ਤਰ੍ਹਾਂ ਗਰੀਬ ਨਿਵਾਜ ਸਾਹਿਬ ਜੀ ਫਿਰ ਜਮਨਾ ਤੋਂ ਪਾਰ ਗਏ, ਜਿਸ ਨੂੰ ਗੋਕਲ ਲੋਕ ਕਿਹਾ ਜਾਂਦਾ ਹੈ, ਉਹ ਇਲਾਕਾ ਵੇਖਿਆ। ਤਾਂ ਇਸ ਤਰ੍ਹਾਂ ਬਾਕੀ ਵੀ ਜਿੰਨੇ ਥਾਂ ਉੱਥੇ ਮਥੁਰਾ ਸ਼ਹਿਰ ਵਿੱਚ ਬਣੇ ਹੋਏ ਹਨ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਖਾਲਸੇ ਦੇ ਸਮੇਤ ਮੌਜ ਦੇ ਮਾਲਕ ਉਹ ਵੇਖ ਰਹੇ ਹਨ। ਅੱਗੇ ਹੋਰ ਕੀ ਮਹਾਰਾਜ ਨੇ ਕੌਤਕ ਕੀਤੇ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦਾ ਧਿਆਨ ਧਰਦਿਆਂ ਹੋਇਆਂ ਸ਼ਰਧਾ ਭਾਵਨਾ ਸਹਿਤ ਸਰਵਣ ਕਰੀਏ। ਉਚਾਰਨ ਕਰੋ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਿਸ ਥਾਂ ਤੇ ਇਹ ਮਥੁਰਾ ਨਗਰੀ ਦੇ ਵਿੱਚ ਭਗਵਾਨ ਕ੍ਰਿਸ਼ਨ ਨੇ ਪੂਤਨਾ ਨਾਮ ਦੀ ਪਾਪਣ, ਜਿਸ ਥਾਂ ਤੇ ਇਹਦੀ ਕਲਿਆਣ ਕੀਤੀ ਸੀ, ਇਸ ਨੂੰ ਮਾਰਿਆ ਸੀ, ਇਹਦੀ ਕਲਿਆਣ ਕੀਤੀ ਸੀ, ਕਿਉਂਕਿ ਦਾਈ ਦਾ ਰੂਪ ਧਾਰਨ ਕਰਕੇ ਭਗਵਾਨ ਕ੍ਰਿਸ਼ਨ ਨੂੰ ਮਾਰਨ ਵਾਸਤੇ ਆਈ ਸੀ। ਜਿੱਥੇ ਇਹ ਪੂਤਨਾ ਨਾਮ ਦੀ ਜਿਹੜੀ ਪਾਪਣ ਹੈ ਇਹ ਹੋਈ ਹੈ, ਇਹਦਾ ਸੰਘਾਰ ਕੀਤਾ, ਉਹ ਥਾਂ ਵੇਖਿਆ। ਤੇ ਜਿਸ ਥਾਂ ਦੇ ਉੱਤੇ ਤਿਰਨਾਵਰਤ ਨਾਮ ਦਾ ਜਿਹੜਾ ਖਲ ਮੂਰਖ ਦੈਂਤ ਸੀ, ਜਿਹੜਾ ਵਾਵ ਰੋਲੇ ਦੇ ਰੂਪ ਦੇ ਵਿੱਚ ਆਇਆ ਸੀ, ਸ੍ਰੀ ਕ੍ਰਿਸ਼ਨ ਜੀ ਨੂੰ ਉਡਾ ਕੇ ਲੈ ਚੱਲਿਆ ਸੀ, ਉਹਦਾ ਜਿੱਥੇ ਖਾਤਮਾ ਕੀਤਾ ਉਹ ਵੀ ਥਾਂ ਵੇਖਿਆ। ਇਸੇ ਤਰ੍ਹਾਂ ਦੁਸ਼ਟ ਜਿਹੜਾ ਬਕਾਸੁਰ ਦੈਂਤ ਸੀ,
ਸੋ ਜਿਸ ਨੇ ਬਗਲੇ ਦਾ ਰੂਪ ਧਾਰਨ ਕਰਕੇ ਆਇਆ ਸੀ ਸ੍ਰੀ ਕ੍ਰਿਸ਼ਨ ਨੂੰ ਮਾਰਨ ਵਾਸਤੇ, ਇਹ ਬਲੀ ਬਕਾਸੁਰ ਦੈਂਤ, ਇਸ ਦੇ ਤਾਈਂ ਵੀ ਖਤਮ ਕਰਨਾ ਕੀਤਾ, ਉਹ ਥਾਂ ਵੀ ਵੇਖਿਆ। ਇਸੇ ਬਕਾਸੁਰ ਦੈਂਤ ਦਾ ਛੋਟਾ ਭਰਾ ਸੀ ਅਗਾਸੁਰ, ਤੋ ਇਹਦੇ ਤਾਈਂ ਵੀ ਜਿੱਥੇ ਮਾਰਿਆ ਸੀ ਉਹ ਥਾਂ ਵੇਖਿਆ। ਜਿਹੜਾ ਸੱਪ ਦਾ ਮੂੰਹ ਜਿਸ ਵੇਲੇ ਇਹਨੇ ਧਾਰਨ ਕਰਕੇ, ਸੱਪ ਦਾ ਆਕਾਰ ਧਾਰਨ ਕਰਕੇ ਆਇਆ ਸੀ। ਔਰ ਮਹਾਰਾਜ ਸਾਹਿਬ ਜੀ ਨੇ, ਮਾਲਕ ਗੁਰੂ ਗੋਬਿੰਦ ਸਿੰਘ ਜੀ ਨੇ, ਜਿਸ ਨੂੰ ਬ੍ਰਿੰਦਾਵਨ ਕਿਹਾ ਜਾਂਦਾ ਹੈ, ਉਹ ਬਿੰਦਰਾਵਨ ਵੀ ਵੇਖਣਾ ਕੀਤਾ, ਜਿੱਥੇ ਸ੍ਰੀ ਕ੍ਰਿਸ਼ਨ ਜੀ ਗੋਪੀਆਂ ਦੇ ਸਮੂਹ ਦੇ ਨਾਲ ਜਿਸ ਥਾਂ ਦੇ ਉੱਤੇ ਖੇਲਾਂ ਖੇਲੀਆਂ, ਉਹ ਥਾਂ ਵੀ ਵੇਖਿਆ ਹੈ। ਆਪੇ ਗੋਪੀ ਆਪੇ ਕਾਨਾ, ਆਪੇ ਗਊ ਚਰਾਵੇ ਬਾਨਾ, ਉਹ ਥਾਂ ਵੇਖਣਾ ਕੀਤਾ। ਜਿਸ ਥਾਂ ਦੇ ਉੱਤੇ ਖੇਲ ਕੀਤੇ, ਕੌਤਕ ਕੀਤੇ, ਰਾਸ ਮੰਡਲ ਦੇ ਖੇਲ ਜਿੱਥੇ ਕੀਤੇ ਹਨ, ਗੋਪੀਆਂ ਦੇ ਨਾਲ ਰਾਸਾਂ ਪਾਈਆਂ, ਉਹ ਥਾਂ ਵੀ ਤੱਕਿਆ ਹੈ। ਜਿੱਥੇ ਉਹ ਗਾਵਾਂ ਵੱਛੇ ਚਾਰਦੇ ਹੋਏ ਆ, ਬ੍ਰਹਮਾ ਨੇ ਪਰਖ ਕਰਨ ਵਾਸਤੇ ਸਾਰੇ ਵਛਰੇ ਜਿਹੜੇ ਸੀ ਉਹ ਚੋਰੀ ਕਰ ਲਏ ਸਨ ਸ੍ਰੀ ਕ੍ਰਿਸ਼ਨ ਜੀ ਦੇ, ਤੇ ਉਹਨਾਂ ਨੇ ਫੇਰ ਆਪਣੀ ਸ਼ਕਤੀ ਦੇ ਨਾਲ ਸਾਰੇ ਪੈਦਾ ਕਰ ਲਏ ਸੀ, ਬਣਾ ਰਹੇ ਸੀ, ਉਹ ਥਾਂ ਵੀ ਵੇਖਿਆ। ਔਰ ਜਿਸ ਥਾਂ ਦੇ ਉੱਤੇ ਉਹ ਗੋਵਰਧਨ ਨਾਮ ਦਾ ਜਿਹੜਾ ਪਰਬਤ ਸੀ, ਉਹ ਚੀਜੀ ਦੇ ਉੱਤੇ ਚੁੱਕਿਆ ਦੁਆਪਰ ਯੁੱਗ ਦੇ ਅਵਤਾਰ ਸ੍ਰੀ ਕ੍ਰਿਸ਼ਨ ਜੀ ਨੇ, ਉਹ ਥਾਂ ਵੀ ਵੇਖਿਆ ਹੈ। ਜਿਵੇਂ ਅੰਮ੍ਰਿਤ ਬਾਣੀ ਦੇ ਵਿੱਚ ਵੀ ਇਹ ਬਚਨ ਆਏ ਹਨ, ਗੁਰਮਤ ਸਾਇਰ ਪਾਹਣ ਤਾਰੇ, ਗੁਰਮਤ ਕ੍ਰਿਸ਼ਨ ਗੋਵਰਧਨ ਧਾਰੇ। ਉੱਥੇ ਮਹਾਰਾਜ ਸਾਹਿਬ ਜੀ ਨੇ ਆਖਿਆ, ਗੁਰੂ ਦੀ ਮੱਤ ਨੂੰ ਧਾਰਨ ਕਰਨ ਵਾਲੇ ਸ੍ਰੀ ਰਾਮ ਚੰਦਰ ਜੀ ਨੇ ਸਮੁੰਦਰ ਦੇ ਉੱਤੇ ਪੱਥਰ ਤਾਰੇ। ਸਿੱਖਿਆ ਇਹ ਦਿੱਤੀ ਕਿ ਭਾਈ ਤੁਸੀਂ ਵੀ ਗੁਰੂ ਦੀ ਮੱਤ ਲਓ, ਤੁਸੀਂ ਵੀ ਗੁਰੂ ਦੀ ਮੱਤ ਧਾਰਨ ਕਰੋ। ਗੁਰੂ ਦੀ ਮੱਤ ਲਈ ਤ੍ਰੇਤੇ ਯੁੱਗ ਦੇ ਅਵਤਾਰ ਸ੍ਰੀ ਰਾਮ ਜੀ ਨੇ, ਤਾਂ ਉਹਨਾਂ ਨੇ ਸਮੁੰਦਰ ਦੇ ਉੱਤੇ ਪੱਥਰ ਤਾਰੇ। ਗੁਰੂ ਕੀ ਬਾਣੀ ਦਾ ਬਚਨ ਹੈ, ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ, ਗੁਰਮਤ ਸਾਇਰ ਪਾਹਣ ਤਾਰੇ। ਫਿਰ ਅਗਲਾ ਬਚਨ ਹੈ, ਗੁਰਮਤ ਕ੍ਰਿਸ਼ਨ ਗੋਵਰਧਨ ਧਾਰੇ। ਗੁਰੂ ਦੀ ਮੱਤ ਜਿਨ੍ਹਾਂ ਨੇ ਧਾਰਨ ਕੀਤੀ ਹੈ ਸ੍ਰੀ ਕ੍ਰਿਸ਼ਨ ਜੀ ਨੇ, ਉਹਨਾਂ ਨੇ ਆਪਣੀ ਚੀਚੀ ਦੇ ਉੱਤੇ, ਛੋਟੀ ਉਂਗਲੀ ਦੇ ਉੱਤੇ ਗੋਵਰਧਨ ਨਾਮੀ ਪਰਬਤ ਵੀ ਧਾਰ ਲਿਆ, ਚੁੱਕ ਲਿਆ। ਕੀ ਕਾਰਨ ਬਣਿਆ, ਕਿਉਂ ਚੁੱਕਣਾ ਪਿਆ? ਇਹ ਮਥੁਰਾਪੁਰੀ ਦੇ ਲੋਕ ਦੇਵਤਿਆਂ ਦਾ ਜੋ ਰਾਜਾ ਇੰਦਰ ਦੇਵਤਾ ਹੈ, ਉਹਦੀ ਪੂਜਾ ਕਰਿਆ ਕਰਦੇ, ਕਿ ਉਸ ਦੀ ਪੂਜਾ ਕਰਨੀ ਰੋਕ ਦਿੱਤੀ ਸ੍ਰੀ ਕ੍ਰਿਸ਼ਨ ਜੀ ਨੇ। ਐਸਾ ਜ਼ਿਕਰ ਆਉਂਦਾ ਹੈ ਇਤਿਹਾਸ ਦੇ ਵਿੱਚ ਕਿ ਇੰਦਰ ਦੇਵਤਾ ਜਿਹੜਾ ਉਹ ਗੁੱਸੇ ਵਿੱਚ ਆ ਕੇ ਕਿ ਮੇਰੀ ਪੂਜਾ ਹੀ ਛੱਡ ਦਿੱਤੀ ਇੱਥੋਂ ਦੇ ਲੋਕਾਂ ਨੇ, ਤੇ ਮੈਂ ਮੀਂਹ ਪਾ ਕਰਕੇ ਜੋ ਮੇਰੇ ਕੋਲੇ ਆ ਬੱਦਲਾਂ ਦੀ ਫੌਜ ਹੈ, 96 ਕਰੋੜ ਮੇਘਮਾਲਾ ਜਿਹੜੀਆਂ ਹਨ ਮੇਰੇ ਕੋਲੇ, ਹੁਣ ਇਹ ਮੀਂਹ ਪਾ ਕਰਕੇ ਤੇ ਮੈਂ ਮਥੁਰਾਪੁਰੀ ਡੋਬ ਕੇ ਗਰਕੀ ਕਰ ਦਿਆਂਗਾ। 96 ਕਰੋੜੀ ਮੇਘਮਾਲਾ ਪਾਣੀ ਹਾਰੀਆ। ਤਾਂ ਉਸ ਵੇਲੇ ਬੱਦਲਾਂ ਨੂੰ ਆਗਿਆ ਕੀਤੀ ਤੇ ਬਹੁਤਾ ਮੀਂਹ ਪੈਣ ਲੱਗਾ, ਲੋਕ ਤਰਾਹ ਤਰਾਹ ਕਰਨ ਲੱਗੇ। ਉਸ ਵੇਲੇ ਸ੍ਰੀ ਕ੍ਰਿਸ਼ਨ ਜੀ ਨੇ ਉਹ ਜਿਹੜਾ ਗੋਵਰਧਨ ਨਾਮੀ ਪਰਬਤ ਹੈ ਨਾ, ਉਹਨੂੰ ਆਪਣੀ ਨਿੱਕੀ ਉਂਗਲੀ ਤੇ ਚੁੱਕ ਕਰਕੇ, ਤਾਂ ਉਹ ਇਸ ਤਰੀਕੇ ਦੇ ਨਾਲ ਮਥੁਰਾ ਦੇ ਉੱਤੇ ਉਹਨੂੰ ਕਰਕੇ, ਜਿਵੇਂ ਛਤਰੀ ਨਹੀਂ ਲੈ ਕਰਕੇ ਮਨੁੱਖ ਭਿੱਜਣ ਤੋਂ ਬਚਦਾ ਹੈ, ਇਸ ਤਰੀਕੇ ਨਾਲ ਮਥੁਰਾ ਦੇ ਉੱਤੇ ਉਹ ਗੋਵਰਧਨ ਪਰਬਤ ਕਰਕੇ ਤੇ ਉਹ ਪਾਣੀ ਜਿਹੜਾ ਉਹ ਆਸੇ ਪਾਸੇ ਜਾ ਕੇ ਡਿੱਗਦਾ ਹੈ, ਤੇ ਮਥੁਰਾ ਵਾਸੀਆਂ ਦੀ ਰਾਖੀ ਕੀਤੀ ਸੀ, ਉਹਦਾ ਜ਼ਿਕਰ ਕਰਦੇ ਹਨ। ਕਹਿੰਦੇ ਜਹਾਂ ਗੋਵਰਧਨ ਕਰ ਪਰ ਧਾਰਿਓ, ਜਿੱਥੇ ਗੋਵਰਧਨ ਪਰਬਤ ਨੂੰ ਆਪਣੇ ਕਰ ਹੱਥ ਦੇ ਉੱਤੇ ਧਾਰਿਓ ਚੁੱਕਣਾ ਕੀਤਾ ਸੀ ਨਾ, ਉਹ ਵੀ ਥਾਂ ਵੇਖਿਆ। ਜਿੱਥੇ ਫਿਰ ਉਹ ਪਹਾੜ ਜਦੋਂ ਆਪਣੀ ਉਂਗਲ ਦੇ ਉੱਤੇ ਚੁੱਕਿਆ, ਹੱਥ ਦੇ ਉੱਤੇ ਚੁੱਕਿਆ, ਤੇ ਉਹ ਨਗਰ ਵਾਲਿਆਂ ਦੀ ਰਾਖੀ ਕੀਤੀ, ਮੀਂਹ ਤੋਂ ਬਚਾਅ ਕੀਤਾ। ਫਿਰ ਇੰਦਰ ਦੇਵਤਾ ਜਿਹੜਾ ਸੀ ਉਹ ਵੀ ਆ ਕਰਕੇ ਸ਼ਰਨ ਵਿੱਚ ਪਿਆ,
ਜਿੱਥੇ ਕਹਿੰਦੇ ਵੀ ਦੇਵਤਿਆਂ ਦਾ ਪਤੀ ਜਿਹੜਾ ਮਾਲਕ ਇੰਦਰ ਦੇਵਤਾ, ਉਹਦਾ ਮਾਣ ਨੂੰ ਨਿਵਰਤ ਕੀਤਾ ਸੀ, ਉਹਦਾ ਹੰਕਾਰ ਦੂਰ ਕੀਤਾ। ਫਿਰ ਜਿਸ ਤਾਲ ਦੇ ਵਿੱਚ ਉਹ ਕਾਲੀ ਨਾਗ ਨੂੰ ਵਿਦਾਰਿਆ ਸੀ, ਉਸ ਨੂੰ ਖਤਮ ਕੀਤਾ ਸੀ, ਸੋ ਉਹ ਥਾਂ ਵੀ ਜਾ ਕਰਕੇ ਵੇਖਿਆ। ਇੱਕਦੰਬ ਨਾਮ ਦੇ ਦਰਖਤ ਦੇ ਉੱਤੇ ਚੜ੍ਹ ਕਰਕੇ ਉੱਤੋਂ ਕੁੱਦੇ ਸੀ, ਉੱਤੋਂ ਧਾਏ, ਉੱਤੋਂ ਛਾਲ ਮਾਰ ਕਰਕੇ ਉਹ ਕਾਲੀ ਜਿਹੜਾ ਨਾਗ ਸੀ ਨਾ, ਕਾਲੀ ਨਾਗ, ਉਹਦੇ ਸਿਰ ਦੇ ਉੱਤੇ ਚੜ੍ਹ ਕਰਕੇ ਉਹਨੂੰ ਚੰਗੀ ਤਰ੍ਹਾਂ ਲਤਾੜਿਆ ਸੀ। ਸੋ ਇਸ ਤਰੀਕੇ ਦੇ ਨਾਲ ਉਹ ਥਾਂ ਵੀ ਜਾ ਕਰਕੇ ਵੇਖਿਆ ਜਿੱਥੇ ਬਹੁਤੀਆਂ ਗਲੀਨ ਗਲੀਆਂ ਹਨ, ਜਿਨ੍ਹਾਂ ਗਲੀਆਂ ਦੇ ਵਿੱਚ ਗੋਪੀਆਂ ਦੇ ਨਾਲ ਖੇਲਾਂ ਖੇਲੀਆਂ। ਔਰ ਇਸੇ ਤਰ੍ਹਾਂ ਜਿੱਥੇ ਸਮੂਹ ਗੋਪੀਆਂ ਦੇ ਕੋਈ ਇਸ਼ਨਾਨ ਕਰਦਿਆਂ ਦੇ ਬਸਤਰ ਵੀ ਚੁੱਕੇ ਸਨ, ਜਿੱਥੇ ਧੇਨਕ ਨਾਮ ਦਾ ਜਿਹੜਾ ਰਾਖਸ਼ ਸੀ ਉਸ ਨੂੰ ਅਤੇ ਕੇਸੀ ਨਾਮ ਦਾ ਜਿਹੜਾ ਰਾਖਸ਼ ਸੀ ਉਸ ਨੂੰ ਮਾਰਿਆ। ਇਸ ਤੋਂ ਆਦਿਕ ਜਿਹੜੇ ਇਹ ਮਥੁਰਾ ਸ਼ਹਿਰ ਦੇ ਵਿੱਚ ਥਾਂ ਬਣੇ ਹੋਏ ਸੀ ਨਾ, ਉਹ ਖਾਲਸੇ ਦੇ ਨਾਲ ਮਿਲ ਕਰਕੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਮੌਜ ਦੇ ਮਾਲਕ ਵਿਚਰ ਵਿਚਰ ਕੇ ਉਹ ਸਾਰੇ ਥਾਂ ਵੇਖੇ, ਜਿੱਥੇ ਕਹਿੰਦੇ ਵੀ ਇਹ ਕ੍ਰਿਸ਼ਨ ਰੂਪ ਧਾਰਨ ਕਰਕੇ ਘਨੇਰੇ ਖੇਲ ਖੇਲੇ ਹਨ। ਹੁਣ ਉਹ ਪਰਮੇਸ਼ਰ ਵਾਹਿਗੁਰੂ ਜੀ 10ਵਾਂ ਜਾਮਾ ਸ੍ਰੀ ਗੁਰੂ ਗੋਬਿੰਦ ਸਿੰਘ ਰੂਪ ਦੇ ਵਿੱਚ ਫਿਰ ਕਰਕੇ ਇਹ ਸਾਰੇ ਥਾਂ ਵੇਖ ਰਹੇ ਹਨ। ਅਸਲ ਵਿੱਚ ਸਾਧ ਸੰਗਤ ਜੀ, ਜੇ ਖੁੱਲੀ ਦ੍ਰਿਸ਼ਟੀ ਦੇ ਨਾਲ ਵੇਖੀਏ, ਵੱਡੇ ਹਿਰਦੇ ਦੇ ਨਾਲ ਤੇ ਸੌੜੀ ਸੋਚ ਤੋਂ ਬਾਹਰ ਹੋ ਕਰਕੇ ਤੇ ਫਿਰ ਵੇਖੀਏ ਤੇ ਸਾਰੀ ਸ੍ਰਿਸ਼ਟੀ, ਸਾਰੀ ਰਚਨਾ ਤੇ ਵਾਹਿਗੁਰੂ ਪਰਮੇਸ਼ਰ ਦੀ ਰਚੀ ਹੋਈ ਹੈ ਨਾ। ਸਾਰੇ ਖੇਲ, ਸਾਰੇ ਕੌਤਕ ਤਾਂ ਉਸੇ ਆਪਣੇ ਹੀ ਉਹਨੇ ਖੇਲੇ ਹੋਏ ਆ ਨਾ ਵਾਹਿਗੁਰੂ ਨੇ। ਜਿਵੇਂ ਮਹਾਰਾਜ ਸਾਹਿਬ ਕਹਿੰਦੇ, ਵਾਹੋ ਵਾਹੋ ਕਾ ਵੱਡਾ ਤਮਾਸ਼ਾ, ਆਪੇ ਹਸੈ ਆਪ ਹੀ ਚਿਤਵੈ, ਆਪੇ ਚੰਦ ਸੂਰ ਪ੍ਰਗਾਸਾ, ਆਪੇ ਨਰ ਆਪੇ ਫੁਣ ਨਾਰੀ। ਇੱਕ ਇਹ ਦ੍ਰਿਸ਼ਟੀ ਵੀ ਤਾਂ ਹੈ ਨਾ, ਜਿੱਥੇ ਇਹ ਦ੍ਰਿਸ਼ਟੀ ਮਨੁੱਖ ਦੀ ਬਣਦੀ ਹੈ, ਇਹ ਅਵਸਥਾ ਉਹਦੇ ਵਿੱਚ ਆਉਂਦੀ ਹੈ ਕਿ ਉਹ ਪਰਮੇਸ਼ਰ ਆਪ ਹੀ ਮਰਦ ਰੂਪ ਹੈ ਤੇ ਆਪ ਹੀ ਨਾਰੀਆਂ ਰੂਪ ਹੈ। ਪਰ ਇਹ ਛੇਤੀ ਤਾਂ ਨਹੀਂ ਬਣ ਜਾਵੇਗੀ, ਐਵੇਂ ਤਾਂ ਨਹੀਂ ਬਣ ਜਾਵੇਗੀ, ਗੁਰੂ ਕੀ ਕਿਰਪਾ ਹੋਵੇ ਤਾਂ ਹੀ ਇਹ ਦ੍ਰਿਸ਼ਟੀ ਬਣੇਗੀ ਨਾ। ਆਪੇ ਨਾਰੇ ਆਪੇ ਫੁਣ ਨਾਰੀ, ਆਪੇ ਸਾਰੇ ਆਪ ਹੀ ਪਾਸਾ, ਗੁਰਮੁਖ ਸੰਗਤ ਸਭੈ ਵਿਚਾਰੋ, ਵਾਹੋ ਵਾਹੋ ਕਾ ਵੱਡਾ ਤਮਾਸ਼ਾ। ਇਹ ਵਾਹਿਗੁਰੂ ਦਾ ਵੱਡਾ ਤਮਾਸ਼ਾ। ਇਸ ਦ੍ਰਿਸ਼ਟੀ ਦੇ ਵਿੱਚ ਜਿੱਥੇ ਮਹਾਰਾਜ ਸਾਹਿਬ ਜੀ ਕਹਿੰਦੇ ਆ, ਜਲ ਥਲ ਮਹੀਲ ਪੂਰਿਆ, ਸੁਆਮੀ ਸਿਰਜਣਹਾਰ, ਅਨੇਕ ਭਾਂਤ ਹੋਏ ਪਸਰਿਆ, ਨਾਨਕ ਏਕ ਓੰਕਾਰ। ਇੱਕ ਇਹ ਵੱਖਰੀ ਦ੍ਰਿਸ਼ਟੀ ਆ ਨਾ, ਇਹ ਬ੍ਰਹਮ ਦ੍ਰਿਸ਼ਟੀ। ਤੇ ਜਿਸ ਤਰ੍ਹਾਂ ਦੀ ਦ੍ਰਿਸ਼ਟੀ ਉਸ ਤਰ੍ਹਾਂ ਦੀ ਸ੍ਰਿਸ਼ਟੀ ਦਿਸਦੀ ਹੈ। ਜੇ ਇਸੇ ਤਰ੍ਹਾਂ ਸਾਧ ਸੰਗਤ ਜੀ ਵਿਤਕਰੇ ਵਾਲੀ ਦ੍ਰਿਸ਼ਟੀ ਆ ਤੇ ਫਿਰ ਸਾਰਾ ਕੁਝ ਵਿਤਕਰੇ ਵਾਲਾ ਹੀ ਦਿਸਦਾ ਹੈ, ਸਭ ਵਖਰੇਵਾਂ ਹੀ ਦਿਸਦਾ ਹੈ। ਤੇ ਏਕਤਾ ਵਾਲੀ ਦ੍ਰਿਸ਼ਟੀ ਵਿੱਚ, ਬ੍ਰਹਮ ਦ੍ਰਿਸ਼ਟੀ ਵਿੱਚ ਸਭ ਕੁਝ ਬ੍ਰਹਮ ਹੀ ਦਿਸਦਾ ਹੈ। ਉੱਥੇ ਆਖਿਆ ਬ੍ਰਹਮ ਦੀਸੈ, ਬ੍ਰਹਮ ਸੁਣੀਐ, ਏਕ ਏਕ ਵਖਾਣੀਐ, ਆਤਮ ਪਸਾਰਾ ਕਰਨਹਾਰਾ, ਪ੍ਰਭ ਬਿਨਾ ਨਹੀਂ ਜਾਣੀਐ। ਉੱਥੇ ਤੇ ਪਸ਼ੂਆਂ ਤੇ ਪੰਛੀਆਂ ਵਿੱਚ ਵੀ ਰੱਬ ਦੀ ਜੋਤ ਦਿਸਦੀ ਹੈ, ਕੀੜੀ ਵਿੱਚ ਤੇ ਹਾਥੀ ਵਿੱਚ ਵੀ ਰੱਬ ਦੀ ਜੋਤ ਦਿਸਦੀ ਹੈ। ਉੱਥੇ ਫਿਰ ਜਾ ਕੇ ਕਹਿ ਦਿੰਦਾ ਹੈ ਭਗਵਾਨ ਦਾ ਭਗਤ, ਸਭੈ ਘਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾ ਕੋ ਬੋਲੈ ਰੇ। ਏਕਲ ਮਾਟੀ ਕੁੰਜਰ ਚੀਟੀ, ਭਾਂਜਨ ਹੈ ਬਹੁ ਨਾਨਾ ਰੇ। ਅਸਥਾਵਰ ਜੰਗਮ ਕੀਟ ਪਤੰਗਮ, ਘਟ ਘਟ ਰਾਮ ਸਮਾਨਾ ਰੇ। ਉੱਥੇ ਆਖਿਆ ਘਟ ਘਟ ਵਿੱਚ ਰਾਮ ਸਮਾਇਆ ਹੋਇਆ। ਤੇ ਜਿਹੜਾ ਘਟ ਘਟ ਵਿੱਚ ਰਾਮ ਸਮਾਇਆ ਹੋਇਆ, ਜਿਹੜਾ ਕੀਟ ਪਤੰਗਮ ਵਿੱਚ ਰਾਮ ਸਮਾਇਆ ਹੋਇਆ, ਕਿ ਉਹ ਅਵਤਾਰ ਵਿੱਚ ਨਹੀਂ ਸਮਾਇਆ ਹੋਇਆ? ਜਿਹੜਾ ਮੌਕੇ ਦਾ ਅਵਤਾਰ ਆ ਉਹਦੇ ਵਿੱਚ ਵੀ ਤਾਂ ਫਿਰ ਉਹ ਸਮਾਇਆ ਹੀ ਹੋਇਆ ਨਾ। ਜਿਹੜਾ ਕੀੜੀ ਵਿੱਚ ਸਮਾਇਆ ਹੋਇਆ, ਹਾਥੀ ਵਿੱਚ ਸਮਾਇਆ ਹੋਇਆ, ਜਰੇ ਜਰੇ ਵਿੱਚ ਸਮਾਇਆ ਹੋਇਆ। ਇਸ ਕਰਕੇ ਉਹ ਵਾਹਿਗੁਰੂ ਜੀ ਦੇ ਹੁਕਮ ਦੀ ਸਾਰੀ ਖੇਡ ਆ। ਕਿੱਡਾ ਵੱਡਾ ਉਹਦਾ ਹੁਕਮ ਹੈ, ਤੇ ਸਾਰੇ ਉੱਚੇ ਨੀਵੇਂ ਛੋਟੇ ਵੱਡੇ ਸਭ ਹੁਕਮ ਦੇ ਵਿੱਚ ਹੀ ਪੈਦਾ ਹੋ ਰਹੇ। ਸਾਰੀ ਸ੍ਰਿਸ਼ਟੀ ਹੁਕਮ ਦੀ ਖੇਡ ਦੇ ਵਿੱਚ ਹੀ ਹੈ ਨਾ। ਹੁਕਮੀ ਹੋਵਣ ਆਕਾਰ, ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ, ਹੁਕਮ ਮਿਲੈ ਵਡਿਆਈ।
हुक्मी उत्तम नीच, हुक्म लिख दुख सुख पाइया है। एक ना हुक्मी बख्शीस, एक हुक्मी सदा भवाइया है। हुक्मै अंदर सब को, बाहर हुक्म ना कोय। नानक हुक्मै जे बुझै, ता हौमै कहे ना कोय। जे हुक्म नूं बुझ लवे ते फिर हौमे विच आके हौमे दे बोल ना कवे, क्योंकि जिन्ना चिर हौमे आ हुक्म नहीं बुझदा है उन्ना चिर तां वखरेवें दे विच ही है, पक्षपात दे विच ही है, उन्ना चिर सौड़ी निगाह ही रहनी है। ते जदों वाहिगुरू दे हुक्म नूं बुझिया समझिया ते फिर कह दिता कि सब पासे सब गोबिंद है, सब गोबिंद है, गोबिंद बिन नहीं कोई। ये कोई कहण दी गल थोड़ा, ये तो भगत नामदेव साहब जी की अपनी अवस्था है। वो कहते गोबिंद तो बिना कोई है ही नहीं। सूत एक मान सत सहंस जैसे, ओत पोत प्रभ सोई। कहते जिवें एक सूत सैकड़े हज़ार मणकियां दे विच दी वो लंघिया होया है। मणके वखरे वखरे आ, सूत एक ही आ। इस करके शरीरां दे आकार वखरे वखरे आ, रंग रूप वखरे वखरे आ, पर परमेश्वर की जिहड़ी जोत है उहदी चेतन सत्ता रूपी सूत तो सारियां विच इक्को ही है ना। सगल समगरी तुमरै सूत्रधारी, तुम ते होए सो आग्याकारी। तो वह परमेश्वर वाहिगुरू इस दृष्टि विच महाराज साहब जी ने आख्या, जिन्हों ब्रह्म दृष्टि आख्या है, उथे फिर कह दिता कि आपे गोपी आपे कान्हा आपे गऊ चरावे माना। फिर उस दृष्टि विच प्रेम प्यार वाली दृष्टि दे विच भगत नामदेव साहब जी ये गल भी कह देंदे आ, धन धन ओ राम बेन बाजै, मधुर मधुर धुन अनहत गाजै। धन धन मेघा रो मावली, धन धन कृष्ण ओढै कांबली। धन धन तू माता देवकी, जेह गृह रमैया कमलापति। बेन बजावै गोदन चरै, नामे का स्वामी आनंद करै। तो इस प्रकार दे नाल ही जो परमेश्वर वाहिगुरू जी के हुक्म दे विच ही, क्योंकि उहदे हुक्म नाल ही सृष्टि साजी जाती है। हुक्म दे नाल उसे ने सतयुग बनाया, उसे ने त्रेता युग बनाया, उसे ने द्वापर युग बनाया। उस वेले भी सृष्टि जीव जंतु उसे ने साजे ना। ते समय समय ते जिन्हां अवतारां नूं भेजिया वाहिगुरू दे हुक्म नाल ही अवतार आए ना, अपने आप से नहीं आ गए, परमेश्वर के हुक्म दे नाल ही। जब जब होत अरिष्ट संसारा, तब तब देह धरते अवतारा। जदों जदों मारे कलगीधर पातशाह कहंदे संसार विच पाप वधदा है ते पाप नूं खत्म करन वास्ते परमेश्वर तदों तदों अवतार भेजदे आ। उस मौके ते कदी वो किसी नूं हुक्म ला करके भेज देंदे आ, किसी नूं 14 कला दे करके, किसी नूं 16 कला दे करके, किसी नूं किन्नियां कला दे करके, ते कदी फिर उन्हां नूं आप भी आउणा पैंदा। कलयुग का समा आया तो फिर आप आउणा पिया। फिर 14 कला नाल नहीं हुण सरना, 16 कला नाल नहीं सरना, हुण ते अनंत कला लैके आप ही जाना पैना। फिर भेजण वाले आप ही आए परमेश्वर वाहिगुरू गुरु नानक साहब के रूप दे विच। 10 स्वरूप धारण किए गुरु ग्रंथ साहब रूप दे विच, जीवां दी कल्याण करन वास्ते आप वाहिगुरू जी आए। अनंत कला होए ठाकुर चढ़िया, अनंत कला दे मालक परमेश्वर जी आप आए। ते समय समय ते 14 ते 16 कला वाले भी भेजे। इसे नूं कलगीधर पातशाह ने आख्या है, पौड़ी खंडा पिथ में साज कह, जिन सब सह सार उपाया। ब्रह्मा विष्णु महेश साज, कुदरती दा खेल रचाए बनाया। सिंध पर्वत मेदनी बिन थम्मा गगन रहाया। सिरजे दानों देवते तिने अंदर बाद रचाया। असल विच खेड तां उहदी अपनी आ सारी। देवते भी आप ही सिरजदा, दैंत भी आप भी सिरजदा, ते झगड़ा भी आप ही विच सिरजदा, झगड़े नूं निपटाउंदा भी आप ही है। उन्हें अपनी खेड रची हुई है सृष्टि की। सिरजे दानों देवते तिने अंदर बाद रचाया। तै ही दुर्गा साज के दैंतां दा नाश कराया। तैथों ही बलराम लै नाल बाणा दह सिर घाया। तैथों ही बल कृष्ण लै कंस केसी पकड़ गिराया। बड़े बड़े मुन देवते कई जुग तिनी तन ताया। किनी तेरा अंत ना पाया। बड़ा बेअंत है, वह अंत नहीं पाया जाता। तो वह हुक्म दे विच ही द्वापर युग भी वरतिया। तो जिथे जिथे जो कौतक कीते उस वेले द्वापर युग के अवतार ने। दशमेश पातशाह महाराज साहब जी वो वेख रहे हैं खालसे दे नाल। फिर महाराज साहब जी वेखदे वेखदे
मौज के मालक जमुना नदी नूं उलंघ करके आ गए। जिस थां दे उत्ते श्री कृष्ण जी ने वो धोबी नूं कुटिया मारिया सी ना, वो कंस दा कपड़े धोण वाला धोबी सी, तां भी वो जा करके दसे कंस नूं जिथे उन्हों मार कुटाई उहदी कीती सी, वो थां उत्थे आ गए। उत्थे आके वेखिया इसे तरह जिथे श्री कृष्ण जी नूं ओ कंस दी दासी जी दे कुब निकलिया होया सी लक दा, वो कुबी सी ते नीवी हो करके कुब ओहदा निकलिया होया सी लक दा, ते ओ हर रोज फुल्लां दी माला परो करके ते कंस राजे दे गल विच पाया करदी सी। ये राजा सी ना कंस, ते श्री कृष्ण जी का यह मामा लगता सी संसारी रिश्ते वजों, और इस तरह वो रोज फुल्लां दी माला परो करके वो कुब्बी दासी जिहड़ी सी वो कंस दे माला पाया करदी। जदों श्री कृष्ण जी उत्थे गए तां उस दासी ने जिहदा कुब निकलिया उन्हें फुल्लां दी माला श्री कृष्ण जी दे गल विच पाई, तां उहदे ते प्रसन्न हो करके उसदे पैरां ते अपना पैर रख करके तां ओ इसे तरह बाहां तो फड़ करके ठोडी तो फड़ के ते उहनूं उपर नूं जदों चुकिया ते अपनी कला दे नाल ओहदा कुब कढ दिता, ओहदा लक जिहड़ा सिद्धा कर दिता ते उहनूं सोहना रूप भी दे दिता। जिस थां दे उत्ते कहिंदे भी ओह कुब्बी दासी जिहड़ी कंस दी सी ओहदा कूब सुधारा, ओहदा कुब सुधार दिता, उहनूं ऐ सोहना शरीर दे दिता सी। फिर जिस थां दे उत्ते कहिंदे धनक तोड़ करके सुटिया सी, जिस थां दे उत्ते ओह कंस दा छड्डिया होया खूनी हाथी सी, ते ओह खूनी हाथी दे दंद जिहड़े सी ओह पुट दिते सी, ओह भी थां वेखिया। ते जिस थां दे उत्ते कंस दा मल पहलवान सी चंडूर, उसनूं मुक्के मार मार के मार दिता सी, वो चंडूर पहलवान वो थां भी वेखिया। फिर जिहड़ा कंस जिथे बैठदा सी वो कंस दा जिहड़ा दमदमा सी बैठण वाला थां थड़ा वो भी वेखिया। जिथे श्री कृष्ण जी ने कंस नूं केसां तो फड़ करके पटका पटका के मारिया, जिवें धोबी पटड़े दे उत्ते कपड़े नूं पटका पटका के धोंदा, जिवें केसां तो फड़ के पटका पटका के मारिया सी ना जिथे कंस नूं, तां ओह थां भी वेखिया है। कंस नूं मार के जिस थां ते आके बैठे सी श्री कृष्ण जी घाट दे उत्ते, ओह विश्राम करन वाला जगह वो भी वेखिया है। जदों कलगीधर पातशाह महाराज सिंघां दे खालसे दे समेत इत्थे आके बैठे ना विश्रांत घाट ते, इत्थे ब्राह्मण बहुते इकट्ठे होके आ गए। उन्होंने महाराज साहब जी तो दान मंगिया, ते सतगुरु दाते जी ने समूह ब्राह्मणों नूं इत्थे दान भी दिता। भाव उन्होंने आके मंगिया, गुरु साहब जी के अगे भिखारी बने, ते सतगुरु दाते आ सारी सृष्टि दे। महाराज साहब जी ने ब्राह्मणों नूं फिर दान दिता। जो इसे तरह सूरज पुत्री जो जमुना है, जमुना दे प्रवाह दा सोहना किनारा वेखिया। सतगुरु जी ने इस तरह जमुना नदी के कंढे के उत्ते फिर पड़ा किया सिंघां दे समेत, ये मथुरा पुरी नूं वेखदियां होइयां। जदों सारे लोग जिहड़े होर भी महाराज साहब जी नूं सिंघां नूं वेखण वास्ते नगरी दे लोग आए सी, वो भी आपो अपने घरां नूं चले गए। गुरु के सिंह भी सारे आपो अपने थां ते जिथे पड़ा किया उत्थे टेक गए सारे। जदों सारे सिंह अपने पड़ाव वाले थां ते डेरे वाले थां ते टेक गए ना, ये जमुना दे कंढे ते मथुरा शहर दे विच ही, तां उस मौके ते बहुते बांदरां दा इकट्ठ आ गया। बहुते बांदर जिहड़े हन वड्डी गिणती दे विच, सैकड़ियां दी गिणती दे विच, वो ਸਿੰਘਾਂ ਵੱਲ ਨੂੰ ਕੁੱਦਦੇ ਛਾਲਾਂ ਮਾਰਦੇ ਆ ਗਏ। ਬਹੁਤੇ ਹੀ ਬਾਂਦਰ ਆ ਗਏ ਆ, ਇਧਰ ਉਧਰ ਵਿਚਰਦੇ ਹਨ, ਬੜੀ ਚੰਚਲਤਾਈ ਕਰਦੇ, ਛਾਲਾਂ ਮਾਰਦੇ। ਲੰਮੀਆਂ ਲੰਮੀਆਂ ਪੂਛਾਂ ਇਹਨਾਂ ਬਾਂਦਰਾਂ ਦੀਆਂ,
ਉੱਪਰ ਨੂੰ ਚੁੱਕੀਆਂ ਹੋਈਆਂ ਵਾ, ਹਿਲਾਉਂਦੇ ਹੋਏ ਆ ਗਏ। ਕਲਗੀਧਰ ਪਾਤਸ਼ਾਹ ਜੀ ਦੇ ਨਾਲ ਜੋ ਸਿੰਘ ਹਨ, ਇੱਕ ਸਿੰਘ ਨੇ ਆਪਣੀ ਢਾਲ ਉੱਥੇ ਲਾਹ ਕਰਕੇ ਮੋਢੇ ਤੋਂ ਰੱਖੀ ਹੋਈ ਸੀ, ਤੇ ਉਹ ਇੱਕ ਬਾਂਦਰ ਨੇ ਆ ਕਰਕੇ ਸਿੰਘ ਦੀ ਢਾਲ ਚੁੱਕ ਲਈ ਤੇ ਢਾਲ ਚੁੱਕ ਕੇ ਭੱਜ ਗਿਆ। ਤੇ ਉਹ ਢਾਲ ਲੈ ਕਰਕੇ ਤੇ ਦਰਖਤ ਦੇ ਉੱਤੇ ਚੜ ਗਿਆ। ਤੇ ਸਿੰਘ ਨੇ ਯਤਨ ਕੀਤਾ ਬਾਂਦਰ ਤੋਂ ਆਪਣੀ ਢਾਲ ਲੈਣ ਵਾਸਤੇ ਵਾਪਸ, ਪਰ ਬਾਂਦਰ ਕਿੱਥੇ ਕਾਬੂ ਆਉਂਦਾ। ਉਹ ਛਾਲਾਂ ਮਾਰਦਾ, ਭੱਜਦਾ ਭੱਜਦਾ ਹੋ ਗਿਆ ਦਰਖਤ ਉੱਤੇ ਚੜ ਗਿਆ। ਸਿੰਘ ਨੂੰ ਗੁੱਸਾ ਚੜ ਗਿਆ ਤੇ ਰਫਲ ਫੜ ਲਈ ਸਿੰਘ ਨੇ ਕਿ ਹੁਣ ਬਾਂਦਰ ਤੇ ਗੋਲੀ ਮਾਰ ਕੇ ਇਹਦੇ ਤੋਂ ਢਾਲ ਲੈਂਦਾ ਵਾਪਸ। ਜਿਸ ਵੇਲੇ ਹੱਥ ਵਿੱਚ ਆਪਣੀ ਬੰਦੂਕ ਲੈ ਕਰਕੇ ਨਿਸ਼ਾਨਾ ਲਾ ਕੇ ਬਾਂਦਰ ਦੇ ਗੋਲੀ ਮਾਰਨ ਲੱਗਾ ਸੀ ਸਿੰਘ, ਤੇ ਮਾਲਕ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਰੋਕ ਦਿੱਤਾ ਸਿੰਘ ਨੂੰ। ਕਹਿਣ ਲੱਗੇ, ਨਹੀਂ ਸਿੰਘਾ, ਗੋਲੀ ਨਹੀਂ ਮਾਰਨੀ ਬਾਂਦਰ ਦੇ, ਵੇਖੀ ਬੰਦੂਕ ਨਾ ਚਲਾਵੀਂ, ਗੋਲੀ ਨਾ ਮਾਰੀ। ਮਹਾਰਾਜ ਢਾਲ ਲੈ ਗਿਆ ਚੁੱਕ ਕੇ, ਵੇਖੋ ਦਰਖਤ ਤੇ ਚੜ ਗਿਆ ਮੇਰੀ ਢਾਲ ਲੈ ਕੇ। ਸਤਿਗੁਰੂ ਕਹਿਣ ਲੱਗੇ ਨੇ, ਕੋਈ ਨਹੀਂ, ਦੇ ਦੇਵੇਗਾ, ਗੋਲੀ ਨਹੀਂ ਮਾਰਨੀ। ਗਰੀਬ ਨਵਾਜ਼ ਸਾਹਿਬ ਜੀ ਨੇ ਵਰਜ ਦਿੱਤਾ ਸਿੰਘ ਨੂੰ। ਮਹਾਰਾਜ ਸਾਹਿਬ ਬੈਠੇ ਹੋਏ ਆ ਤੇ ਸਾਹਮਣੇ ਦਰਖਤਾਂ ਤੇ ਚੜ ਗਏ ਬਾਂਦਰ ਜਾ ਕੇ। ਉਹ ਜਿੰਨੇ ਢਾਲ ਲਈ ਹੋਈ ਸੀ ਨਾ, ਉਹ ਛਾਲਾਂ ਮਾਰ ਕੇ ਇੱਕ ਦਰਖਤ ਤੋਂ ਦੂਜੇ ਤੇ ਜਾਂਦਾ, ਦੂਜੇ ਤੋਂ ਤੀਜੇ ਤੇ ਜਾਂਦਾ, ਮਗਰੀ ਦੂਜੇ ਜਾਂਦੇ ਆ। ਉਹ ਰੀਸੋ ਰੀਸ ਛਾਲਾਂ ਮਾਰ ਮਾਰ ਕੇ ਬਾਂਦਰ ਇੱਕ ਦਰਖਤ ਤੋਂ ਦੂਜੇ ਤੇ ਜਾ ਰਹੇ ਹਨ। ਜਿਵੇਂ ਜਿਵੇਂ ਉਹ ਦਰਖਤਾਂ ਦੇ ਉੱਤੇ ਇੱਕ ਤੋਂ ਦੂਜੇ, ਦੂਜੇ ਤੋਂ ਤੀਜੇ, ਇਸ ਤਰ੍ਹਾਂ ਛਾਲਾਂ ਮਾਰ ਕੇ ਜਾਂਦੇ। ਜਿੰਨੇ ਉਹ ਢਾਲ ਲਈ ਹੋਈ ਆ, ਉਹ ਵੀ ਬਲ ਦੇ ਨਾਲ, ਨਾਲੇ ਜ਼ੋਰ ਨਾਲ ਉਹਨੇ ਢਾਲ ਫੜੀ ਹੋਈ ਆ, ਤੇ ਨਾਲੇ ਛਾਲਾਂ ਮਾਰਦਾ ਕੁੱਦਦਾ ਜਾ ਰਿਹਾ ਹੈ। ਜਿਵੇਂ ਜਿਵੇਂ ਉਹ ਛਾਲਾਂ ਮਾਰਦਾ ਜਾਂਦਾ ਨਾ ਦਰਖਤ ਦੇ, ਤਾਂ ਤੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਉਸੇ ਤਰ੍ਹਾਂ ਹੀ ਹੱਸੀ ਜਾਂਦੇ ਆ। ਮਹਾਰਾਜ ਸਾਹਿਬ ਜੀ ਮੁਸਕਰਾਉਂਦੇ ਆ। ਉਹ ਸਿੰਘ ਨੂੰ ਤੇ ਗੁੱਸਾ ਜਿਹਾ ਚੜ੍ਹਦਾ ਵੀ ਮੇਰੀ ਢਾਲ ਲੈ ਕੇ ਚਲੇ ਗਿਆ, ਤੇ ਮਹਾਰਾਜ ਹੱਸਦੇ ਆ ਜਿਵੇਂ ਜਿਵੇਂ ਉਹ ਛਾਲਾਂ ਮਾਰ ਕੇ ਦਰਖਤ ਤੋਂ ਅੱਗੇ ਜਾ ਰਿਹਾ ਹੈ। ਉਹ ਜਿੰਨੇ ਢਾਲ ਚੁੱਕ ਕੇ ਅੱਗੇ ਜਾਂਦਾ ਨਾ, ਉਹਦੇ ਮਗਰ ਦੂਜੇ ਵੀ ਭੱਜੇ ਜਾਂਦੇ, ਬਾਕੀ ਬਾਂਦਰ ਵੀ। ਇੱਕ ਬਾਂਦਰ ਜਿਹੜਾ ਉਹ ਢਾਲ ਲੈ ਕੇ ਅੱਗੇ ਛਾਲਾਂ ਮਾਰਦਾ ਜਾਂਦਾ, ਦੂਜੇ ਉਹਦੇ ਮਗਰ, ਕਿਉਂਕਿ ਦੂਜਿਆਂ ਨੇ ਖਿਆਲ ਕੀਤਾ ਹੋਣਾ ਨਾ ਕੋਈ ਖਾਣ ਵਾਲੀ ਚੀਜ਼ ਹੀ ਲੈ ਕੇ ਗਿਆ, ਆਪਾਂ ਵੀ ਖਾਵਾਂਗੇ ਇਹਦੇ ਤੋਂ ਲੈ ਕੇ। ਉਹਨਾਂ ਕੀਤਾ ਹੋਣਾ ਖਿਆਲ ਇਸ ਤਰ੍ਹਾਂ ਦਾ। ਬਾਕੀ ਵੀ ਸਾਰੇ ਉਹਦੇ ਮਗਰ ਭੱਜੇ ਜਾਂਦੇ ਹਨ। ਫਿਰ ਮਹਾਰਾਜ ਨੇ ਸਿੰਘਾਂ ਨੂੰ ਆਖਿਆ ਵੀ ਸਿੰਘੋ ਪਕਵਾਨ ਲੈ ਕੇ ਆਓ, ਕੋਈ ਮਿੱਠੀ ਵਸਤੂ, ਮਿੱਠਾ ਪਦਾਰਥ ਲੈ ਕੇ ਆਓ। ਤੇ ਸਿੰਘ ਮਹਾਰਾਜ ਸਾਹਿਬ ਜੀ ਦਾ ਬਚਨ ਮੰਨ ਕਰਕੇ ਤੇ ਲੱਡੂ ਆਦਿਕ ਲੈ ਆਏ ਮਨ ਭਾਉਂਦੇ। ਤੇ ਮਹਾਰਾਜ ਸਾਹਿਬ ਜੀ ਨੇ ਜਿਹੜੇ ਉਹ ਬਹੁਤੇ ਲੱਡੂ ਮੰਗਾਏ ਸੀ ਨਾ, ਫਿਰ ਉਹਨਾਂ ਬਾਂਦਰਾਂ ਨੂੰ ਵਿਖਾ ਕਰਕੇ ਤੇ ਉਹਨਾਂ ਦੇ ਸਾਹਮਣੇ ਉਹ ਪਵਾ ਦਿੱਤੇ ਧਰਤੀ ਦੇ ਉੱਤੇ। ਮਹਾਰਾਜ ਸਾਹਿਬ ਕਹਿੰਦੇ ਉੱਥੇ ਖੁੱਲੇ ਦੀ ਥਾਂ ਤੇ ਰੱਖ ਦਿਓ ਇਹਨਾਂ ਨੂੰ ਵਿਖਾ ਕੇ। ਉਹ ਜਦੋਂ ਲੱਡੂ ਉੱਥੇ ਪਾ ਦਿੱਤੇ, ਉਸੇ ਵੇਲੇ ਸਾਰੇ ਭੱਜ ਕੇ ਆ ਗਏ। ਸੈਂਕੜਿਆਂ ਦੀ ਗਿਣਤੀ ਵਿੱਚ ਬਾਂਦਰ ਇਕੱਠੇ ਹੋ ਗਏ। ਤਤ ਛਿਨ ਖਾਇਓ, ਤੇ ਉਹ ਜਿੰਨੇ ਲੱਡੂ ਪਾਏ ਸੀ ਨਾ ਉੱਥੇ ਜ਼ਮੀਨ ਤੇ ਬਾਂਦਰ ਆ ਕੇ ਦਰਖਤਾਂ ਤੋਂ ਹੇਠਾਂ ਉਤਰ ਕੇ ਤੇ ਲੱਡੂ ਖਾਣ ਲੱਗ ਪਏ। ਕਈ ਚੀਕਾਂ ਮਾਰਦੇ, ਨਾਲੇ ਲੱਡੂ ਖਾਂਦੇ ਆ ਤੇ ਨਾਲੇ ਚੀਕ ਝਹਾੜਾ ਪਾਇਆ ਉਹਨਾਂ ਨੇ। ਤੇ ਕਈ ਘੁਰ ਕਰਦੇ, ਦੂਜਿਆਂ ਵੱਲੇ ਘੂਰੀਆਂ ਜਿਹੀਆਂ ਵੱਟਦੇ ਵੀ ਮੈਨੂੰ ਬਹੁਤਾ ਮਿਲ ਜਾਵੇ। ਇਸ ਤਰ੍ਹਾਂ ਕੋਈ ਚੀਕਾਂ ਮਾਰਦੇ ਆ, ਕੋਈ ਘੂਰੀਆਂ ਵੱਟ ਰਿਹਾ, ਨਾਲੇ ਲੱਡੂ ਖਾਈ ਜਾਂਦੇ ਆ। ਤੇ ਇਸ ਤਰ੍ਹਾਂ ਲੱਡੂ ਖਾਂਦਿਆਂ ਹੋਇਆਂ ਆਪਸ ਵਿੱਚ ਹੀ ਲੜਨ ਭਿੜਨ ਲੱਗ ਪਏ। ਜਿਵੇਂ ਕੁੱਤਿਆਂ ਦੀ ਹਾਲਤ ਹੁੰਦੀ ਹੈ, ਕੁੱਤੇ ਵੀ ਇਕੱਠੇ ਨਹੀਂ ਖਾ ਸਕਦੇ, ਵੀ ਲੜਦੇ। ਇਸੇ ਤਰ੍ਹਾਂ ਹੀ ਬਾਂਦਰਾਂ ਦੀ ਹਾਲਤ ਹੁੰਦੀ। ਬਾਂਦਰ ਵੀ ਜਿਹੜੇ ਆ ਨਾਲੇ ਤਾਂ ਖਾਈ ਜਾਂਦੇ, ਨਾਲੇ ਆਪਸ ਦੇ ਵਿੱਚ ਹੀ ਲੜੀ ਜਾਂਦੇ। ਤੇ ਕਈ ਦੰਦ ਜੇ ਕੱਢਦੇ ਆ, ਤੇ ਕਈ ਆਪਣੇ ਕੰਨ ਜੇ ਇਕੱਠੇ ਕਰਦੇ ਹਨ, ਤੇ ਕਈ ਆਪਣੀਆਂ ਅੱਖਾਂ
ਉਹ ਬੜੀ ਕਰੂਰ ਦ੍ਰਿਸ਼ਟੀ ਜੀ ਕਰਕੇ ਦੂਸਰੇ ਨੂੰ ਵਿਖਾਉਂਦੇ, ਗੁੱਸੇ ਜੇ ਵਾਲੀਆਂ ਅੱਖਾਂ ਵਿਖਾਉਂਦੇ। ਉਹ ਸਾਰਾ ਪਕਵਾਨ ਜਿਹੜਾ ਖਵਾਇਆ ਸੀ ਨਾ ਬਾਂਦਰਾਂ ਨੂੰ ਮਹਾਰਾਜ ਨੇ, ਉਹ ਲੱਡੂ ਪਕਵਾਨ ਸਾਰੇ ਖਾ ਗਏ ਛੇਤੀ। ਕਹਿੰਦੇ ਵੀ ਜਾਣੋ ਕਿ ਇਹ ਬਾਂਦਰਾਂ ਦੀ ਬਹੁਤੀ ਜਿਹੜੀ ਕੁਲ ਹੈ, ਇਹ ਬਾਂਦਰਾਂ ਦਾ ਖਾਨਦਾਨ ਇਕੱਠਾ ਹੋ ਗਿਆ ਸਾਰਾ। ਉਸ ਵੇਲੇ ਉਸ ਸਿੰਘ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਬੇਨਤੀ ਕੀਤੀ, ਮਹਾਰਾਜ ਤੁਸੀਂ ਲੱਡੂ ਤੇ ਖਵਾ ਦਿੱਤੇ ਇਹਨਾਂ ਨੂੰ, ਲੱਡੂ ਤੇ ਖਾ ਗਏ ਆ। ਜਿੰਨੇ ਮੇਰੀ ਢਾਲ ਫੜੀ ਉਹ ਵੀ ਲੱਡੂ ਖਾ ਗਿਆ, ਪਰ ਢਾਲ ਨਹੀਂ ਉਹਨੇ ਛੱਡੀ, ਢਾਲ ਨਹੀਂ ਦਿੱਤੀ ਮਹਾਰਾਜ। ਮਹਾਰਾਜ ਉਹਨੇ ਤਾਂ ਬੜੀ ਪੱਕੀ ਕਰਕੇ ਫੜੀ ਹੋਈ ਹੈ ਢਾਲ, ਤੇ ਹੁਣ ਮੈਂ ਇਹਨੂੰ ਡਰ ਦੇਵਾਂ ਕਿ ਜਾਂ ਫਿਰ ਮਹਾਰਾਜ ਗੋਲੀ ਮਾਰ ਦੇਵਾਂ, ਇਹ ਰਫਲ ਦੇ ਵਿੱਚੋਂ ਵਾਰ ਕਰ ਦੇਵਾਂ ਇਸ ਬਾਂਦਰ ਦੇ ਉੱਤੇ, ਜਾਂ ਮਹਾਰਾਜ ਇਸ ਨੂੰ ਡਰ ਦੇ ਕਰਕੇ ਗੋਲੀ ਚਲਾ ਕੇ ਤੇ ਭੱਜ ਕਰਕੇ ਇਹਦੇ ਤੋਂ ਢਾਲ ਫੜ ਲਵਾਂਗਾ। ਨਹੀਂ ਤਾਂ ਮਹਾਰਾਜ ਇਹਨੇ ਬੜੀ ਕਰੜੀ ਕਰਕੇ ਪੱਕੀ ਕਰਕੇ ਢਾਲ ਫੜੀ ਹੋਈ ਹੈ, ਇਹ ਫਿਰ ਕੁੱਦਦਾ ਹੋਇਆ ਛਾਲਾ ਮਾਰਦਾ ਹੋਇਆ ਦੌੜ ਜਾਵੇਗਾ। ਮਹਾਰਾਜ ਇਹ ਤਾਂ ਇੱਕ ਦਰਖਤ ਤੇ ਖਲੋਂਦੇ ਹੀ ਨਹੀਂਗੇ, ਇੱਕ ਦਰਖਤ ਨੂੰ ਛੱਡ ਕੇ ਦੂਜੇ ਤੇ ਛਾਲਾ ਮਾਰ ਮਾਰ ਕੇ ਚਲੇ ਜਾਂਦੇ, ਦੂਜੇ ਤੋਂ ਤੀਜੇ ਤੇ ਚਲੇ ਜਾਂਦੇ। ਸਿੰਘ ਦੀ ਬੇਨਤੀ ਸੁਣ ਕਰਕੇ ਕਲਗੀਧਰ ਪਾਤਸ਼ਾਹ ਜੀ ਨੇ ਆਖਿਆ ਵੀ ਸਿੰਘਾ ਨਹੀਂ, ਗੋਲੀ ਨਹੀਂ ਚਲਾਉਣੀ, ਗੋਲੀ ਦਾ ਵਾਰ ਨਹੀਂ ਕਰਨਾ ਹੈ। ਫਿਰ ਮਹਾਰਾਜ ਜੀ ਨੇ ਆਪ ਆਵਾਜ਼ ਮਾਰੀ, ਗਰੀਬ ਨਵਾਜ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਸ ਬਾਂਦਰ ਨੂੰ ਨਾ ਆਪ ਬੋਲ ਕੇ, ਆਪ ਆਵਾਜ਼ ਦੇ ਕਰਕੇ ਆਪਣੇ ਵੱਲ ਨੂੰ ਸੱਦਿਆ। ਤੇ ਮਹਾਰਾਜ ਸਾਹਿਬ ਜੀ ਨੂੰ ਵੇਖ ਕੇ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬੋਲ ਸੁਣ ਕੇ, ਜਦੋਂ ਮਹਾਰਾਜ ਨੇ ਆਵਾਜ਼ ਮਾਰੀ ਨਾ ਵੀ ਉਰੇ ਆ, ਸਾਡੇ ਕੋਲ ਆ, ਤੇ ਉਹ ਸੁਣ ਕੇ ਵੇਖ ਕੇ ਤੇ ਗੁਰੂ ਸਾਹਿਬ ਵੱਲ ਨੂੰ ਆ ਗਿਆ ਜਿਹਨੇ ਢਾਲ ਫੜੀ ਹੋਈ ਹੈ। ਤਾਂ ਮਹਾਰਾਜ ਸਾਹਿਬ ਜੀ ਨੇ ਆਪਣੇ ਹੱਥ ਦੇ ਉੱਤੇ ਲੱਡੂ ਰੱਖਿਆ ਤੇ ਉਹਨੂੰ ਆਵਾਜ਼ ਮਾਰੀ, ਉਹ ਲੱਡੂ ਨੂੰ ਵੇਖ ਕਰਕੇ ਭਰਮਿਆ ਤੇ ਗੁਰੂ ਸਾਹਿਬ ਜੀ ਦੀ ਤਰਫ ਆ ਗਿਆ। ਜਿੱਥੇ ਸਤਿਗੁਰੂ ਜੀ ਬੈਠੇ ਸਨ ਉਹਨੇ ਲਿਆ ਕੇ ਗੁਰੂ ਸਾਹਿਬ ਦੇ ਅੱਗੇ ਢਾਲ ਰੱਖ ਦਿੱਤੀ ਬਾਂਦਰ ਨੇ, ਤੇ ਉਹਦੇ ਅੰਦਰ ਦਾ ਜਿਵੇਂ ਡਰ ਹੀ ਸਾਰਾ ਭੱਜ ਗਿਆ ਹੋਵੇ, ਗੁਰੂ ਸਾਹਿਬ ਦੇ ਨੇੜੇ ਹੋ ਕੇ ਬਹਿ ਗਿਆ। ਕਲਗੀਧਰ ਪਾਤਸ਼ਾਹ ਦੇ ਅੱਗੇ ਢਾਲ ਰੱਖ ਦਿੱਤੇ ਤੇ ਨੇੜੇ ਹੋ ਕੇ ਬੈਠ ਗਿਆ। ਤੇ ਮਾਲਕ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਬਾਂਦਰ ਦੇ ਸਿਰ ਦੇ ਉੱਤੇ ਹੱਥ ਫੇਰਿਆ, ਉਹਦੇ ਸਿਰ ਦੇ ਕਿੱਥੇ, ਤੇ ਉਹ ਨੇੜੇ ਨਹੀਂ ਲੱਗਦਾ ਸੀ। ਮਹਾਰਾਜ ਦੇ ਕੋਲੇ ਆ ਗਿਆ, ਉਹਨੇ ਢਾਲ ਵੀ ਅੱਗੇ ਰੱਖ ਦਿੱਤੇ ਤੇ ਸਤਿਗੁਰੂ ਜੀ ਨੇ ਉਹਦੇ ਸਿਰ ਦੇ ਉੱਤੇ ਹੱਥ ਵੀ ਫੇਰ ਦਿੱਤਾ। ਫਿਰ ਉਹਨੇ ਮਹਾਰਾਜ ਦੇ ਨੇੜੇ ਹੋ ਕਰਕੇ ਆਪਣਾ ਮੱਥਾ ਨਿਵਾਇਆ, ਜਿਵੇਂ ਨਮਸਕਾਰ ਕਰਦਾ, ਜਿਵੇਂ ਮੱਥਾ ਟੇਕਦਾ ਹੋਵੇ, ਇਸ ਤਰ੍ਹਾਂ ਸਿਰ ਨਿਵਾਇਆ। ਫਿਰ ਜਿਹੜਾ ਹੱਥ ਵਿੱਚ ਮਹਾਰਾਜ ਸਾਹਿਬ ਜੀ ਨੇ ਲੱਡੂ ਫੜਿਆ ਹੋਇਆ ਸੀ ਉਹਦੇ ਅੱਗੇ ਰੱਖ ਦਿੱਤਾ। ਬਸ ਲੱਡੂ ਲੈਣ ਦੀ ਦੇਰ ਸੀ, ਲੈ ਕਰਕੇ ਤੇ ਫਿਰ ਛਾਲਾ ਮਾਰਦਾ, ਹੋ ਗਿਆ ਹੋ ਗਿਆ, ਭੱਜ ਗਿਆ। ਫਿਰ ਤੇ ਸਿੰਘ ਨੇ ਉਸੇ ਵੇਲੇ ਫਿਰ ਵੇਖਿਆ ਵੀ ਰੱਖ ਗਿਆ ਢਾਲ, ਫੜ ਲਈ ਤੇ ਮੋਢਿਆਂ ਤੇ ਪਾ ਲਈ। ਬਾਕੀ ਵੀ ਜਿੰਨੇ ਸਿੰਘ ਸੀ ਨਾ, ਉਹਨਾਂ ਸਾਰਿਆਂ ਨੇ ਸਾਵਧਾਨੀ ਕੀਤੀ, ਆਪਣੇ ਸ਼ਸਤਰ ਬਸਤਰ ਸੰਭਾਲ ਕੇ ਰੱਖ ਲਏ ਵੀ ਅੱਗੇ ਇਹਨੇ ਮਹਾ ਢਾਲ ਲਈ ਆ ਵਾਪਸ ਸਿੰਘ ਨੇ, ਕੋਈ ਸਾਡੀ ਨਾ ਕੋਈ ਢਾਲ ਚੁੱਕ ਕੇ ਲੈ ਜੇ, ਜਾਂ ਕੋਈ ਵਰਸ਼ਾ ਜਾਂ ਕੋਈ ਸ੍ਰੀ ਸਾਹਿਬ ਵੀ ਚੁੱਕ ਕੇ ਨਾ ਲੈ ਜਾਣੇ ਬੰਦ। ਆਪੋ ਆਪਣੇ ਬਸਤਰ ਸ਼ਸਤਰ ਸਾਰੇ ਗੁਰੂ ਕੇ ਸਿੰਘਾਂ ਨੇ ਸੰਭਾਲ ਲਏ, ਸਾਵਧਾਨੀ ਸੁਚੇਤੀ ਕਰ ਲਈ। ਤੇ ਇਹ ਬਾਂਦਰ ਇਹ ਰੀਸ ਬੜੀ ਕਰਿਆ ਕਰਦੇ ਸਾਧ ਸੰਗਤ। ਆਪਾਂ ਵੇਖਦੇ ਹੀ ਹਾਂ ਜਿੱਧਰ ਪਹਾੜੀ ਇਲਾਕੇ ਵਿੱਚ ਹੋਣ, ਜਿਵੇਂ ਇੱਕ ਉਹ ਲਿਖਿਆ ਹੋਇਆ ਕਿ ਇੱਕ ਟੋਪੀਆਂ ਵੇਚਣ ਵਾਲਾ ਸੀ, ਟੋਪੀਆਂ ਵੇਚਣ ਵਾਲਾ। ਕਹਿੰਦੇ ਉਸੇ ਇਲਾਕੇ 'ਚ ਗਿਆ ਜਿੱਥੇ ਬਹੁਤੇ ਬਾਂਦਰ ਸੀ, ਟੋਪੀਆਂ ਵੇਚਦਾ ਸੀ, ਤੇ ਦੁਪਹਿਰੇ ਉਹਨੂੰ ਨੀਂਦ ਆ ਗਈ, ਥੱਕ ਗਿਆ, ਤੇ ਦਰਖਤ ਦੇ ਹੇਠਾਂ ਆਪਣਾ ਉਹ ਝੋਲਾ ਜਿਹਾ ਟੋਪੀਆਂ ਵਾਲਾ ਰੱਖ ਕੇ ਤੇ ਲੰਮਾ ਪੈ ਗਿਆ।
ਆਪਣੇ ਸਿਰ ਤੇ ਵੀ ਉਹਨੇ ਇੱਕ ਟੋਪੀ ਪਾਈ ਹੋਈ ਸੀ, ਟੋਪੀਆਂ ਵੇਚਣ ਵਾਲੇ ਨੇ। ਤੇ ਉੱਥੇ ਰੱਖ ਕੇ ਜਦੋਂ ਪੈ ਗਿਆ ਤੇ ਬਾਂਦਰ ਦਰਖਤਾਂ ਤੋਂ ਉਤਰੇ ਤੇ ਉਹਦਾ ਖੋਲ ਕੇ ਝੋਲਾ ਜਿਹਾ ਨਾ, ਤੇ ਉਹਦੇ ਵੱਲੇ ਵੇਖ ਕਰਕੇ ਵੀ ਇਹਨੇ ਸਿਰ ਤੇ ਟੋਪੀ ਜੀ ਪਾਈ, ਉਹ ਸਾਰੀਆਂ ਕੱਢ ਕੇ ਤੇ ਆਪਸ ਵਿੱਚ ਵੰਡ ਲਈਆਂ ਤੇ ਸਾਰਿਆਂ ਨੇ ਆਪਦੇ ਸਿਰਾਂ ਤੇ ਪਾ ਲਈਆਂ ਤੇ ਚੜ ਕੇ ਫਿਰ ਦਰਖਤਾਂ ਦੇ ਉੱਤੇ ਪਾ ਕੇ ਟੋਪੀਆਂ। ਉਹਨੇ ਬਥੇਰੇ ਜਦੋਂ ਵੇਖਿਆ ਨਾ, ਉੱਠਿਆ ਜਦੋਂ ਉਹਨੇ ਵੇਖਿਆ ਮੇਰੀਆਂ ਟੋਪੀਆਂ ਸਾਰਾ ਬੈਗ ਹੀ ਖਾਲੀ ਕਰ ਗਏ। ਆਲੇ ਦੁਆਲੇ ਵੇਖਿਆ ਵੀ ਉਹ ਦਰਖਤਾਂ ਤੇ ਚੜੇ ਬੈਠੇ, ਸਿਰਾਂ ਤੇ ਟੋਪੀਆਂ ਪਾਈਆਂ। ਤੇ ਉਸ ਵੇਲੇ ਬੜੇ ਤਰਲੇ ਕੱਢੇ, ਕਹਿੰਦੇ ਉਹ ਟੋਪੀਆਂ ਵੇਚਣ ਵਾਲੇ ਨੇ, ਬੇਨਤੀਆਂ ਕੀਤੀਆਂ। ਹੁਣ ਉਹ ਬੇਨਤੀਆਂ ਨੂੰ ਕੀ ਮੰਨਣ? ਹੁਣ ਬਾਂਦਰ ਉਹ ਯਤਨ ਬਥੇਰੇ ਕੀਤੇ ਵੀ ਇਹ ਦੇ ਦੇਣ, ਤੇ ਅਖੀਰ ਉਹਦੀ ਕੋਈ ਵਾਹ ਪੇਸ਼ ਨਾ ਗਈ। ਫਿਰ ਗੁੱਸੇ ਵਿੱਚ ਆ ਕੇ ਜਿਹੜੀ ਆਪਦੇ ਸਿਰ ਤੇ ਸੀ ਨਾ, ਉਹ ਚੁੱਕ ਕੇ ਉਹਨਾਂ ਵੱਲ ਨੂੰ ਮਾਰੀ ਵੀ ਨਹੀਂ ਦੇਣੀਆਂ ਤੇ ਆ ਵੀ ਲੈ ਜਾਓ। ਜਦੋਂ ਚੁੱਕ ਕੇ ਕਹਿੰਦੇ ਉਧਰ ਨੂੰ ਮਾਰੀ ਤੇ ਉਹਨਾਂ ਨੇ ਉਹ ਰੀਸ ਕਰਦੇ, ਉਹਨਾਂ ਨੇ ਆਪਦੇ ਸਿਰਾਂ ਤੋਂ ਲਾ ਕੇ ਸਾਰੀਆਂ ਸੁੱਟਤੀਆਂ ਉਧਰ, ਫਿਰ ਇਕੱਠੀਆਂ ਕਰਕੇ ਕਹਿੰਦੇ ਫਿਰ ਝੋਲੇ 'ਚ ਪਾ ਲਈਆਂ। ਵੀ ਇਹ ਇਸ ਤਰੀਕੇ ਦੇ ਨਾਲ ਇਹ ਰੀਸ ਬਹੁਤ ਕਰਦਾ ਹੈ ਬਾਂਦਰ ਜਿਹੜਾ, ਇਹਦੀ ਐਸੀ ਹਾਲਤ ਹੈ। ਤਾਂ ਇੱਥੇ ਜਦੋਂ ਇਹ ਸਿੰਘਾਂ ਦੇ ਨਾਲ ਇਸ ਤਰ੍ਹਾਂ ਵਾਪਰਿਆ, ਉਹ ਢਾਲ ਲੈ ਗਿਆ ਤੇ ਕਲਗੀਧਰ ਪਾਤਸ਼ਾਹ ਜੀ ਨੇ ਉਹ ਲੱਡੂ ਪਵਾ ਕੇ ਤੇ ਸਿੰਘ ਦੀ ਢਾਲ ਜਿਹੜੀ ਉਹ ਵਾਪਸ ਕਰਾਈ। ਤੋ ਇਹ ਸਾਧ ਸੰਗਤ ਜੀ ਸੁਭਾਵਕ ਵਿੱਚ ਜਿਹੜਾ ਹੈ ਇਹ ਟੋਪੀਆਂ ਦਾ ਜ਼ਿਕਰ ਕੀਤਾ। ਉਂਝ ਮਹਾਰਾਜ ਸਾਹਿਬ ਜੀ ਦਾ ਰਹਿਤਨਾਮੇ ਦਾ ਬਚਨ ਹੈ, ਕਿਉਂਕਿ ਗੱਲ ਜਿਹੜੀ ਇੱਥੇ ਚੱਲੀ ਬਾਂਦਰਾਂ ਦੀ ਤਾਂ ਕੀਤਾ। ਉਂਝ ਗੁਰੂ ਕੇ ਸਿੰਘਾਂ ਦਾ ਟੋਪੀ ਨਾਲ ਸੰਬੰਧ ਕੋਈ ਨਹੀਂ। ਤੇ ਮਹਾਰਾਜ ਸਾਹਿਬ ਦੇ ਰਹਿਤਨਾਮੇ ਦੇ ਬਚਨ, ਹੋਏ ਸਿੱਖ ਸਿਰ ਟੋਪੀ ਧਰੈ, 7 ਜਨਮ ਕੁਸ਼ਟੀ ਹੋਏ ਮਰੈ। ਜਿਹੜਾ ਸਿੱਖ ਹੋ ਕੇ ਸਿਰ ਦੇ ਉੱਤੇ ਟੋਪੀ ਰੱਖਦਾ ਹੈ, 7 ਜਨਮ ਕੋੜੀ ਹੋ ਕੇ ਮਰਦਾ। ਭਾਵ ਗੁਰੂ ਕਾ ਸਿੰਘ ਜਿਹੜਾ ਉਹਨੇ ਟੋਪੀ ਨਹੀਂ ਪਾਉਣੀ, ਉਹ ਤਾਂ ਸਾਬਤ ਸੂਰਤ ਦਸਤਾਰ ਸਿਰਾ। ਤੋ ਇਸ ਤਰੀਕੇ ਦੇ ਨਾਲ ਬਾਕੀ ਸਿੰਘ ਜਿਹੜੇ ਉਹ ਸਾਰੇ ਸਾਵਧਾਨ ਹੋਏ, ਸੁਚੇਤ ਹੋਏ। ਉਹਨਾਂ ਨੇ ਖਿਆਲ ਕੀਤਾ ਕਿ ਸਾਡੀ ਵੀ ਕੋਈ ਵਸਤੂ ਨਾ ਇਹ ਲੈ ਜਾਣ। ਕਲਗੀਧਰ ਪਾਤਸ਼ਾਹ ਦੇ ਸਾਰੇ ਸਿੰਘਾਂ ਨੇ ਆਪੋ ਆਪਣੀਆਂ ਵਸਤੂਆਂ ਸੰਭਾਲ ਲਈਆਂ ਵੀ ਇੱਥੇ ਬਾਂਦਰ ਜਾਤੀ ਬਹੁਤੀ ਹੈ ਤੇ ਕਿਤੇ ਇਹ ਨਾ ਹੋਵੇ ਹੋਰ ਕੋਈ ਚੁੱਕ ਕੇ ਲੈ ਜਾਣ ਤੇ ਫਿਰ ਇਹਨਾਂ ਤੋਂ ਵਾਪਸ ਲਿਆਉਣੀ ਪਵੇਗੀ। ਫਿਰ ਗੁਰੂ ਕੇ ਸਿੰਘਾਂ ਨੇ ਇਹਨਾਂ ਨੂੰ ਨੇੜੇ ਨਹੀਂ ਆਪਣੇ ਆਉਣ ਦਿੱਤਾ ਹੈ। ਸ਼ਾਮ ਦਾ ਲੰਗਰ ਪਾਣੀ ਤਿਆਰ ਹੋਇਆ, ਗੁਰੂ ਕੇ ਖਾਲਸੇ ਨੇ ਔਰ ਕਲਗੀਧਰ ਪਾਤਸ਼ਾਹ ਨੇ ਪ੍ਰਸ਼ਾਦਾ ਪਾਣੀ ਛਕਿਆ। ਇਸ ਤਰ੍ਹਾਂ ਮਥੁਰਾਪੁਰੀ ਦੇ ਵਿੱਚ, ਮਥੁਰਾ ਸ਼ਹਿਰ ਦੇ ਵਿੱਚ ਜਿੱਥੇ ਪੜਾ ਲਾਇਆ ਸੀ ਜਮਨਾ ਦੇ ਕੰਢੇ ਤੇ ਰਾਤ ਬਤੀਤ ਕੀਤੀ। ਅੰਮ੍ਰਿਤ ਵੇਲਾ ਹੋਇਆ, ਦਾਤਨਾਦ ਕੀਤੀ, ਸਰੀਰਕ ਕਿਰਿਆ ਸੋਧੀ, ਇਸ਼ਨਾਨ ਕੀਤਾ। ਸਾਵਧਾਨ ਹੋ ਕਰਕੇ ਅੱਗੇ ਕੂਚ ਕਰ ਦਿੱਤਾ ਅਗਲੇ ਦਿਨ। ਇਸ ਤਰ੍ਹਾਂ ਮਹਾਰਾਜ ਰਾਤ ਨੂੰ ਤਾਂ ਵਿਸਰਾਮ ਕਰਿਆ ਕਰਦੇ ਤੇ ਦਿਨੇ ਪਿਆਨਾ ਕਰਿਆ ਕਰਦੇ, ਦਿਨੇ ਸਫ਼ਰ ਤੈਅ ਕਰਦੇ। ਪਰਮੇਸ਼ਰ ਸਰੂਪ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹਮੇਸ਼ਾ ਹੀ ਰਸਤੇ ਤੇ ਜਾ ਰਹੇ ਹਨ ਆਗਰੇ ਵੱਲ ਨੂੰ। ਗੁਰੂ ਕਾ ਖਾਲਸਾ ਵਿਸ਼ੇਸ਼ ਰੂਪ ਦੇ ਵਿੱਚ ਨਾਲ ਘੋੜਿਆਂ ਤੇ ਸਵਾਰ ਹੋ ਕੇ ਜਾ ਰਿਹਾ ਹੈ। ਇੱਕ ਦਿਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਰਸਤੇ ਤੇ ਜਾ ਰਹੇ ਹਨ ਸਵਾਰ ਹੋ ਕੇ। ਮਹਾਰਾਜ ਸਾਹਿਬ ਜੀ ਨੂੰ ਰਸਤੇ ਵਿੱਚ ਪਿਆਸ ਬਹੁਤ ਲੱਗੀ ਤੇ ਸਤਿਗੁਰੂ ਜੀ ਨੇ ਪਾਣੀ ਵਾਲੀ ਜਗ੍ਹਾ ਪੁੱਛੀ ਕਿ ਕਿਤੇ ਜਗ੍ਹਾ ਹੋਵੇ, ਕੋਈ ਪਾਣੀ ਵਾਲੀ ਥਾਂ ਹੋਵੇ। ਰਸਤੇ ਦੇ ਵਿੱਚ ਕਿਸੇ ਨੇ, ਉਸ ਨਗਰ ਵਾਲੇ ਨੇ ਦੱਸਿਆ ਕਿ ਇਹ ਪਿੰਡ ਜੀ ਹਿੰਦੂਆਂ ਦਾ ਹੈ ਤੇ ਇਹਦੇ ਵਿੱਚ ਪਿੰਡ ਵਿੱਚ ਬ੍ਰਾਹਮਣਾਂ ਦੇ ਘਰ ਹਨ, ਬ੍ਰਾਹਮਣ ਰਹਿੰਦੇ ਹਨ। ਮਹਾਰਾਜ ਇਹ ਹਿੰਦੂਆਂ ਦਾ ਘਰ ਹੈ ਤੇ ਬ੍ਰਾਹਮਣ ਲੋਕਾਂ ਦੇ ਘਰ ਹਨ ਇਸ ਨਗਰ ਵਿੱਚ। ਉਹਨਾਂ ਦੇ ਘਰ ਵਿੱਚ ਬਹੁਤ ਸੋਹਣਾ ਪਾਣੀ ਦਾ ਪ੍ਰਬੰਧ ਹੈ। ਫਿਰ ਇੱਕ ਸਿੰਘ ਆਪਣੇ ਘੋੜੇ ਨੂੰ ਭਜਾਉਂਦਾ ਮਹਾਰਾਜ ਸਾਹਿਬ ਜੀ ਦੀ ਆਗਿਆ ਦੇ ਨਾਲ ਜਲ ਲਿਆਉਣ ਵਾਸਤੇ। ਉਹਨਾਂ ਘਰਾਂ ਵਿੱਚ ਗਿਆ ਹੈ ਤੇ ਖੋਜ ਭਾਲ ਕਰਕੇ ਇੱਕ ਘਰ ਦੇ ਵਿੱਚੋਂ ਠੰਡਾ ਪਾਣੀ ਲੈ ਆਇਆ, ਠੰਡਾ ਜਲ ਲੈ ਆਇਆ ਕਲਗੀਧਰ ਪਾਤਸ਼ਾਹ ਜੀ ਨੂੰ ਛਕਾਉਣ ਵਾਸਤੇ।
ਇਹ ਘੋੜਸਵਾਰ ਗੁਰੂ का ਸਿੰਘ ਕਲਗੀਧਰ ਪਾਤਸ਼ਾਹ ਜੀ ਨੂੰ ਆ ਕੇ ਮਿਲ ਪਿਆ ਹੈ। ਜਦੋਂ ਲਿਆ ਕੇ ਮਹਾਰਾਜ ਸਾਹਿਬ ਜੀ ਨੂੰ ਪਾਣੀ ਦਿੱਤਾ ਨਾ, ਲਓ ਸਤਿਗੁਰੂ ਜੀ ਜਲ ਛਕੋ। ਬੜਾ ਠੰਡਾ ਜਲ ਲੈ ਕੇ ਆਇਆ। ਸਤਿਗੁਰੂ ਕਹਿਣ ਲੱਗੇ, ਸਿੰਘਾ ਕਿਸ ਦੇ ਘਰ ਵਿੱਚੋਂ ਇਹ ਪਾਣੀ ਲਿਆਇਆ ਹੈ? ਹੱਥ ਜੋੜ ਕਰਕੇ ਸਿੰਘ ਨੇ ਦੱਸਿਆ, ਮਹਾਰਾਜ ਇੱਕ ਬ੍ਰਾਹਮਣੀ ਦਾ ਘਰ ਹੈ। ਬ੍ਰਾਹਮਣ ਤਾਂ ਨਹੀਂ ਹੈ ਘਰ ਵਿੱਚ, ਸਿਰਫ ਇੱਕੋ ਹੀ ਮਾਈ ਹੈ ਘਰੇ, ਬ੍ਰਾਹਮਣੀ ਜਾਤੀ ਦੀ ਹੈ, ਤਾਂ ਕੱਲੀ ਘਰ ਵਿੱਚ ਰਹਿੰਦੀ ਹੈ। ਉਸਦੇ ਘਰ ਵਿੱਚੋਂ ਲੈ ਕੇ ਆਇਆ ਹਾਂ। ਮਹਾਰਾਜ ਉਸ ਘਰ ਵਿੱਚ ਹੋਰ ਕੋਈ ਘਰ ਦਾ ਕੋਈ ਜੀ ਨਹੀਂ ਹੈ, ਨਾ ਹੀ ਉਸ ਬ੍ਰਾਹਮਣੀ ਦਾ ਪੁੱਤਰ ਹੈ, ਨਾ ਧੀ ਹੈ, ਨਾ ਕੋਈ ਛੋਟਾ ਬੱਚਾ ਹੀ ਹੈ ਉਸ ਘਰ ਦੇ ਵਿੱਚ। ਇਸ ਕਰਕੇ ਮਹਾਰਾਜ ਉਹ ਇਕੱਲੀ ਰਹਿੰਦੀ ਹੈ, ਤੇ ਮੈਂ ਖਿਆਲ ਕੀਤਾ ਵੀ ਇਹਦੇ ਘਰ ਦਾ ਪਾਣੀ ਸੁੱਚਾ ਹੋਵੇਗਾ, ਵੀ ਇਕੱਲੀ ਰਹਿੰਦੀ ਹੈ, ਇਸ ਕਰਕੇ ਉਹਦੇ ਘਰ ਦਾ ਮਹਾਰਾਜ ਜਲ ਸੁੱਚਾ ਹੋਵੇਗਾ, ਉੱਥੋਂ ਲੈ ਕੇ ਆਇਆ ਹਾਂ। ਇਹ ਸਿੰਘ ਦੀ ਬੇਨਤੀ ਸੁਣ ਕਰਕੇ ਕਲਗੀਧਰ ਪਾਤਸ਼ਾਹ ਦੇ ਹੱਥ ਵਿੱਚ ਜਿਹੜਾ ਜਲ ਦਾ ਭਰਿਆ ਹੋਇਆ ਕਟੋਰਾ ਸੀ, ਉਸੇ ਵੇਲੇ ਮਹਾਰਾਜ ਨੇ ਧਰਤੀ ਦੀ ਤਰਫੋਂ ਡੇਗ ਦਿੱਤਾ, ਭਾਵ ਪਾਣੀ ਡੋਲ ਦਿੱਤਾ। ਇਸ ਤਰ੍ਹਾਂ ਧਰਤੀ ਉੱਤੇ ਪਾਣੀ ਡੋਲ ਕਰਕੇ ਦਇਆ ਦੇ ਸਮੁੰਦਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬੋਲੇ। ਸਿੰਘ ਨੂੰ ਕਹਿਣ ਲੱਗੇ, ਮਹਾਰਾਜ ਕਹਿਣ ਲੱਗੇ, ਉਸ ਮਾਈ ਦੇ ਘਰ ਦਾ ਇਹ ਪਾਣੀ ਸੁੱਧ ਨਹੀਂ ਹੈ, ਉਸ ਬ੍ਰਾਹਮਣੀ ਦੇ ਘਰ ਦਾ ਇਹ ਜਿਹੜਾ ਪਾਣੀ ਹੈ ਇਹ ਸੁੱਧ ਪਵਿੱਤਰ ਨਹੀਂ ਹੈ। ਮਹਾਰਾਜ ਕਹਿੰਦੇ ਵੀ ਇਕੱਲੀ ਘਰ ਵਿੱਚ ਰਹਿੰਦੀ, ਉਹਨੇ ਪਵਿੱਤਰਤਾ ਕੀ ਰੱਖਣੀ ਹੈ। ਕਈ ਨਹੀਂ ਵੀ ਰੱਖਦੇ, ਜਿੱਥੇ ਕੋਈ ਇਕੱਲਾ ਹੀ ਰਹਿੰਦਾ ਨਾ, ਉਹ ਘੱਟ ਵੱਧ ਹੀ ਫਿਰ ਭਾਂਡੇ ਭੁੰਡੇ ਮੰਜਲ ਵੱਲੇ ਖਿਆਲ ਕਰਦਾ। ਉਹ ਕਹਿੰਦੇ ਇੱਥੇ ਦੂਜਾ ਤੇ ਹੈ ਕੋਈ ਨਹੀਂ, ਮੈਂ ਹੀ ਖਾਣਾ ਪੀਣਾ ਵਾ, ਭਾਵੇਂ ਮਾਂਜ ਲਈਏ ਤੇ ਭਾਵੇਂ ਉਂਝ ਖਾ ਪੀ ਲਈਏ। ਇਸ ਤਰੀਕੇ ਦੇ ਨਾਲ ਮਹਾਰਾਜ ਕਹਿੰਦੇ ਉਹ ਇਕੱਲੀ ਰਹਿੰਦੀ ਹੈ ਤੇ ਉਹਨੇ ਪਵਿੱਤਰਤਾ ਕੀ ਰੱਖਣੀ ਹੈ, ਸੁਚਮਤਾ ਕੀ ਰੱਖਣੀ ਹੈ। ਤੇ ਗਰੀਬ ਨਵਾਜ ਕਹਿੰਦੇ ਜਿਸ ਘਰ ਵਿੱਚ ਬਹੁਤੇ ਬਾਲ ਹੋਣ, ਬਹੁਤੇ ਬੱਚੇ ਹੋਣ, ਉੱਥੇ ਹੀ ਸੁੱਧ ਪਵਿੱਤਰਤਾ ਵਰਣਨ ਕੀਤੀ ਹੈ ਕਿ ਉੱਥੇ ਹੀ ਸੁੱਧ ਪਵਿੱਤਰਤਾ ਹੋ ਸਕਦੀ ਹੈ। ਸਤਿਗੁਰੂ ਤਾਂ ਅੰਤਰਜਾਮੀ ਜਾਣਦੇ। ਕਹਿਣ ਲੱਗੇ, ਸਿੱਖਾ ਜਿਸ ਘਰ ਵਿੱਚੋਂ, ਜਿਸ ਮਾਈ ਇਕੱਲੀ ਦੇ ਘਰ ਦੇ ਵਿੱਚੋਂ ਤੂੰ ਪਾਣੀ ਲੈ ਕੇ ਆਇਆ ਨਾ, ਨਾ ਤੇ ਉਹਦੀ ਭਗਤੀ ਆ ਸੁੱਧ, ਤੇ ਨਾ ਉਹਦਾ ਜੀਵਨ ਦਾ ਆਚਰਣ ਹੀ ਸੁੱਧ ਹੈ। ਭਾਵ ਉਹਦਾ ਜੀਵਨ ਵੀ ਚੰਗਾ ਨਹੀਂ ਹੈ, ਉਹ ਵਿਭਚਾਰਨ ਹੈ, ਕੁਰੀਤੀਆਂ ਕਰਨ ਵਾਲੀ ਹੈ, ਉਹਦੀ ਭਗਤੀ ਵੀ ਨਹੀਂ ਹੈ, ਉਹਦਾ ਸਰੀਰ ਦਾ ਸੁੱਧ ਆਚਾਰ ਵੀ ਨਹੀਂ ਹੈ। ਤੇ ਜਿਸ ਘਰ ਵਿੱਚ ਬਹੁਤੇ ਗ੍ਰਸਤੀ ਰਹਿੰਦੇ ਹੋਣ, ਤੇ ਮਹਾਰਾਜ ਕਹਿੰਦੇ ਉੱਥੇ ਫਿਰ ਸੁੱਧ ਬਾਰ, ਉੱਥੇ ਪਾਣੀ ਸੁੱਧ ਹੁੰਦਾ ਹੈ। ਗਰੀਬ ਨਵਾਜ ਕਹਿੰਦੇ ਜਿੱਥੇ ਬਹੁਤੇ ਗ੍ਰਸਤੀ ਰਹਿੰਦੇ ਹਨ, ਗ੍ਰਸਤੀਆਂ ਦਾ ਪਰਿਵਾਰ ਰਹਿੰਦਾ ਹੈ, ਉਹ ਘਰ ਵੀ ਸੁੱਧ ਹੁੰਦਾ ਹੈ। ਜਿਹੜਾ ਇਕੱਲਾ ਹੀ ਹੈ ਤੇ ਇਸ ਤਰ੍ਹਾਂ ਦਾ ਅਸ਼ੁੱਧ ਹੈ, ਅਪਵਿੱਤਰ ਹੈ, ਉਸ ਦੇ ਘਰ ਨੂੰ ਧਰਕਾਰ ਹੈ, ਤੇ ਉਹਦੇ ਘਰ ਦਾ ਤੇ ਦੇਵਤੇ ਵੀ ਨਹੀਂ ਛਕਦੇ। ਜਿਹੜਾ ਗ੍ਰਸਤੀ ਹੈ ਨਾ, ਜਿਸ ਦੇ ਘਰ ਵਿੱਚ ਸੰਤਾਨ ਨਹੀਂ, ਮਹਾਰਾਜ ਕਹਿੰਦੇ ਉਹ ਵੀ ਕੋਈ ਪਿਛਲਾ ਸਰਾਪਿਆ ਹੋਇਆ ਹੀ ਹੈ, ਕਿਉਂਕਿ ਅੱਗੇ ਸੰਤਾਨ ਨਹੀਂ ਹੈ, ਕੋਈ ਪੁੰਨਦਾਨ ਕਰਨ ਵਾਲਾ ਨਹੀਂ ਹੈ, ਕੋਈ ਭਾਗ ਨਹੀਂ ਦਿੰਦਾ ਹੈ, ਭਾਵ ਕੋਈ ਪੁੰਨਦਾਨ ਨਹੀਂ ਕਰਦਾ ਹੈ। ਗਰੀਬ ਨਵਾਜ ਸਿੱਖਿਆ ਦੇ ਬਚਨ ਕਹਿਣ ਲੱਗੇ। ਫਿਰ ਉੱਥੇ ਖਾਲਸੇ ਕਹਿੰਦੇ ਜਿਹੜਾ ਇਕਾਂਤ ਰਹਿਣ ਵਾਲਾ ਉਹ ਤਾਂ ਸਾਧੂ ਚੰਗਾ ਹੈ, ਕਿਉਂਕਿ ਜਿਹੜਾ ਸੰਸਾਰੀ ਹੈ ਤੇ ਜਿਹਦਾ ਉੱਚਾ ਆਚਰਣ ਨਹੀਂ ਹੈ, ਉਹ ਇਕੱਲਾ ਰਵੇ ਤੇ ਇਕੱਲਾ ਰਹਿ ਕੇ ਪਾਪ ਕਰੇਗਾ, ਮਾੜੇ ਪੁਰਨੇ ਆਉਣਗੇ, ਮਾੜਾ ਕਰਮ ਕਰੇਗਾ। ਜਿਹੜਾ ਸਾਧੂ ਹੈ ਉਹ ਇਕੱਲਾ ਰਵੇ ਤੇ ਬੰਦਗੀ ਕਰੇਗਾ। ਇਸ ਕਰਕੇ ਫਰਕ ਹੈ, ਭਗਤਾਂ ਤੈਸੈ ਸਾਰੀਆਂ ਜੋੜ ਕਦੇ ਨਾ ਆਇਆ। ਮਹਾਰਾਜ ਕਹਿੰਦੇ ਜਿਹੜਾ ਸਾਧੂ ਉਹ ਇਕੱਲਾ ਹੀ ਰਹਿੰਦਾ ਤੇ ਉਹ ਚੰਗਾ ਹੈ, ਕਿਉਂਕਿ ਉਹ ਇਕੱਲਾ ਰਹਿ ਕੇ ਇਕਾਂਤ ਵਿੱਚ ਬੰਦਗੀ ਕਰਦਾ ਹੈ। ਤੇ ਉਸ ਸਾਧੂ ਦਾ ਫਿਰ ਸਰੀਰ ਵੀ ਸੁੱਧ ਹੁੰਦਾ ਹੈ ਤੇ ਉਹਦਾ ਮਨ ਵੀ ਸੁੱਧ ਹੁੰਦਾ ਹੈ, ਜਿਹੜਾ ਸਾਧਨਾ ਕਰਦਾ, ਜਿਹੜਾ ਬੰਦਗੀ ਕਰਦਾ ਹੈ।
पर ਜਿਹੜੇ ਗ੍ਰਸਤੀ ਆ ਨਾ ਮਹਾਰਾਜ ਕਹਿੰਦੇ ਉਹਨਾਂ ਦੇ ਘਰ ਵਿੱਚ ਬਹੁਤੇ ਜੀ ਹੋਣ ਤੇ ਉਹ ਗ੍ਰਸਤੀਆਂ ਦਾ ਘਰ ਤਾਂ ਸੁੱਧ ਹੁੰਦਾ। ਘਰ ਦੇ ਮੈਂਬਰ ਇਕੱਠੇ ਜਿੱਥੇ ਬਹੁਤੇ ਜਾਣੇ ਹਨ ਉਹ ਗ੍ਰਸਤੀਆਂ ਦਾ ਘਰ ਵੀ ਸੁੱਧ ਹੈ। ਪਰ ਗ੍ਰਸਤੀ ਵੀ ਉਹੀ ਸੁੱਧ ਹੈ, ਗ੍ਰਸਤੀਆਂ ਦਾ ਘਰ ਵੀ ਉਹੀ ਸੁੱਧ ਹੈ ਜਿਹੜੇ ਤਨ ਦੀ ਸੁਚਮਤਾ ਰੱਖਦੇ, ਮਨ ਦੀ ਸੁਚਮਤਾ ਰੱਖਦੇ ਆ, ਬੁੱਧੀ ਦੀ ਸੁਚਮਤਾ ਰੱਖਦੇ। ਉਹਨਾਂ ਦਾ ਤਨ ਮਨ ਤੇ ਬੁੱਧੀ ਵੀ ਸੁਚਮਤਾ ਦੇ ਸਹਿਤ ਹੈ। ਮਨ ਕਿਵੇਂ ਸੁੱਚਾ ਹੋਵੇਗਾ? ਨਾਮ ਜਪ ਕੇ। ਬੁੱਧੀ ਕਿਵੇਂ ਸੁਚਮਤਾ ਦੇ ਸਹਿਤ ਹੋਵੇਗੀ? ਗੁਰੂ ਕੀ ਬਾਣੀ ਪੜ੍ਹ ਕਰਕੇ, ਗੁਰੂ का ਉਪਦੇਸ਼ ਪੜ੍ਹ ਸੁਣ ਕਰਕੇ। ਇਹ ਬੁੱਧੀ ਸਾਧ ਸੰਗਤ ਜੀ ਸੁਚਮਤਾ ਦੇ ਸਹਿਤ ਹੋਵੇਗੀ। ਤੇ ਤਨ ਕਿਵੇਂ ਸੁਚਮਤਾ ਦੇ ਸਹਿਤ ਹੋਵੇਗਾ? ਗੁਰੂ ਕੀ ਦਸੀ ਰਹਿਣੀ ਵਿੱਚ ਚੱਲ ਕੇ। ਮਹਾਰਾਜ ਨੇ ਦੱਸਿਆ ਵੀ ਰੋਜ਼ ਭਾਈ ਇਸ਼ਨਾਨ ਕਰੋ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ। ਇਸ਼ਨਾਨ ਕਰਕੇ ਤੇ ਪ੍ਰਭੂ ਦਾ ਸਿਮਰਨ ਕਰਨਾ, ਨਾਮ ਬਾਣੀ ਦਾ ਜਪ ਕਰਨਾ, ਫਿਰ ਸਰੀਰ ਵੀ ਸੁੱਚਾ ਹੋਵੇਗਾ। ਇਸੇ ਤਰ੍ਹਾਂ ਕੋਈ ਸਰੀਰਕ ਕਿਰਿਆ ਕਰਕੇ ਤੇ ਫਿਰ ਹੱਥਾਂ ਨੂੰ ਚੰਗੀ ਤਰ੍ਹਾਂ ਮਾਂਜਣਾ ਧੋਣਾ। ਟਕਸਾਲਾਂ ਦੇ ਵਿੱਚ, ਸੰਪਰਦਾ ਦੇ ਵਿੱਚ ਜਦੋਂ ਕੋਈ ਸਰੀਰਕ ਕਿਰਿਆ ਸੋਧਦਾ ਹੈ, ਸੋ ਖਾਲਸੇ ਦੇ ਬੋਲਿਆਂ ਦੇ ਵਿੱਚ ਜੰਗਲ ਮੈਦਾਨ ਜਾਣਾ ਕਹਿੰਦੇ ਹਨ। ਤੋ ਇਸੇ ਤਰ੍ਹਾਂ ਉਸ ਤੋਂ ਬਾਅਦ ਫਿਰ 5 ਵਾਰੀ ਰੇਤਾਂ ਨਾਲ ਹੱਥ ਮਾਂਜਣੇ। 5 ਵਾਰੀ ਕਹਿੰਦੇ ਰੇਤਾਂ ਨਾਲ। ਇਹ ਪੁਰਾਣੀ ਜਿਸ ਵੇਲੇ ਸਾਬਣ ਨਹੀਂ ਸੀ ਹੁੰਦੀ ਉਸ ਵੇਲੇ, ਅੱਜ ਵੀ ਸਿੰਘ ਜਿਹੜੇ ਉਹ ਟਕਸਾਲਾਂ ਦੇ ਵਿੱਚ ਰੇਤਾਂ ਨਾਲ ਹੀ ਹੱਥ ਮਾਂਜਦੇ, ਮਿੱਟੀ ਦੇ ਨਾਲ। ਬਾਕੀ ਜੇ ਸਾਬਣ ਦੇ ਨਾਲ ਆ ਫਿਰ ਵੀ ਜਿਹੜਾ ਵਾ ਪਹਿਲਾਂ, ਕਿਉਂਕਿ ਇੱਕ ਨਹਾਉਣ ਵਾਲਾ ਸਾਬਣ, ਇੱਕ ਕੱਪੜੇ ਧੋਣ ਵਾਲਾ ਸਾਬਣ ਹੈ। ਉਹ ਪਹਿਲਾਂ ਕੱਪੜੇ ਧੋਣ ਵਾਲੇ ਸਾਬਣ ਦੇ ਨਾਲ ਕੋਈ 4-5 ਵਾਰੀ ਹੱਥ ਧੋਵੇ ਝੱਗ ਕਰਕੇ ਚੰਗੀ ਤਰ੍ਹਾਂ, ਫਿਰ ਦੂਜੇ ਸਾਬਣ ਨਾਲ ਨਹਾਉਣ ਵਾਲੇ ਨਾਲ ਧੋਵੇ। ਇਹ ਆਪਣੇ ਸਫਾਈ ਰੱਖੇ, ਫਿਰ ਇਸ਼ਨਾਨ ਕਰੇ, ਕਿਉਂਕਿ ਸਰੀਰ ਦੀ ਵੀ ਸੁਚਮਤਾ ਚਾਹੀਦੀ ਹੈ। ਤੇ ਫਿਰ ਮਨ ਦੀ ਸੁਚਮਤਾ ਤੇ ਅੱਗੇ ਬੜੀ ਵੱਡੀ ਗੱਲ ਹੈ। ਤੇ ਕਈ ਵਾਰੀ ਬੰਦਾ ਜਿਹੜਾ ਨਾ ਘੌਲ ਜੀ ਕਰ ਜਾਂਦਾ ਸਰੀਰ ਦੀ ਸੁਚਮਤਾ ਰੱਖਣ ਤੋਂ ਹੀ, ਨਹੀਂ ਨਹਾਉਣਾ ਨਹੀਂ ਧੋਣਾ, ਕਹਿੰਦਾ ਮਨ ਸੁੱਚਾ ਚਾਹੀਦਾ ਜੀ। ਵੀ ਠੀਕ ਆ ਵੀ ਮਨ ਮੈਲ ਸਰੀਰ ਨੂੰ ਲਾਈ ਛੱਡ ਤੇ ਤਨ ਨੂੰ ਲਾਈ ਛੱਡ ਤੇ ਮਨ ਆਪੇ ਹੀ ਸੁੱਚਾ ਹੋ ਜਾਣਾ। ਵੀ ਦਲਿੱਦਰ ਪਾ ਲੈਣਾ ਤੇ ਕਹਿਣਾ ਵੀ ਮਨ ਸੁੱਚਾ ਚਾਹੀਦਾ ਜੀ। ਬਿਮਾਰੀ ਨੇ ਆਖਿਆ ਉਦਮੀ ਬਣ ਕਰਕੇ ਹੱਥ ਚੰਗੀ ਤਰ੍ਹਾਂ ਮਾਂਜਿਆ ਧੋਇਆ ਕਰ, ਸਰੀਰਕ ਕਿਰਿਆ ਕਰਕੇ ਫਿਰ ਦਾਤਨਾਦ ਕਰੋਜ ਕਰਿਆ ਕਰ, ਕੇਸੀ ਕੰਘਾ 2 ਸਮੇਂ ਕਰਿਆ ਕਰ, ਦਸਤਾਰ ਨੂੰ ਚੁਣ ਕੇ ਬੰਨਿਆ ਕਰ ਤੇ ਇਸ਼ਨਾਨ ਕਰਿਆ ਕਰ ਅੰਮ੍ਰਿਤ ਵੇਲੇ। ਔਰ ਇਹ ਮਰਿਆਦਾ ਹੈ ਵੀ ਜੇ ਕੋਈ ਸਰੀਰਕ ਕਿਰਿਆ ਕੀਤੀ ਹੈ ਸਾਧ ਸੰਗਤ ਜੀ, ਕੋਈ ਜੰਗਲ ਮੈਦਾਨ ਜਾਂ ਇਸੇ ਤਰ੍ਹਾਂ ਪਿਸ਼ਾਬ ਆਦਿਕ ਦੀ ਕਿਰਿਆ ਕੀਤੀ ਆ, ਤੇ ਉਸ ਤੋਂ ਬਾਅਦ ਜੇ ਗੁਰੂ ਕੇ ਦਰਬਾਰ ਵਿੱਚ ਆਉਣਾ ਹੈ ਤੇ ਇਸ਼ਨਾਨ ਕਰਕੇ ਆਉਣਾ ਚਾਹੀਦਾ। ਜੇ ਇਸੇ ਤਰ੍ਹਾਂ ਜੰਗਲ ਮੈਦਾਨ ਕੋਈ ਗਿਆ ਹੈ ਫਿਰ ਇਸ਼ਨਾਨ ਕਰਕੇ ਗੁਰੂ ਕੇ ਦਰਬਾਰ ਵਿੱਚ ਆਵੇ। ਜੇ ਗੁਰੂ ਕੇ ਸਰੋਵਰ ਵਿੱਚ ਇਸ਼ਨਾਨ ਕਰਨਾ ਤੇ ਪਹਿਲੋਂ ਬਾਹਰ ਕਰੇ। ਜੇ ਇਸੇ ਤਰ੍ਹਾਂ ਪਿਸ਼ਾਬ ਆਦਿਕ ਕੀਤਾ ਹੈ ਤੇ ਫਿਰ ਵੀ ਚੰਗੀ ਤਰ੍ਹਾਂ 5 ਇਸ਼ਨਾਨਾਂ ਤੇ ਘੱਟੋ ਘੱਟ ਕਰਨੀਆਂ ਚਾਹੀਦੀਆਂ ਨਾ। ਫਿਰ 5 ਇਸ਼ਨਾਨਾਂ ਕਰਕੇ ਹੱਥ ਪੈਰ ਧੋ ਕੇ ਮੂੰਹ ਧੋ ਕੇ ਫਿਰ ਆਵੇ। ਤੇ ਮਹਾਰਾਜ ਦੀ ਤਾਬਿਆ ਦੀ ਤਾਂ ਇਹ ਮਰਿਆਦਾ ਐਸੀ ਹੈ ਕਿ ਜਦੋਂ ਕੋਈ ਸਰੀਰਕ ਕਿਰਿਆ ਕੀਤੀ ਆ ਫਿਰ ਇਸ਼ਨਾਨ ਕੀਤੇ ਤੋਂ ਬਿਨਾਂ ਗੁਰੂ ਕੇ ਦਰਬਾਰ ਵਿੱਚ ਨਾ ਆਵੇ, ਗੁਰੂ ਕੀ ਤਾਬਿਆ ਨਾ ਬੈਠੇ। ਤੇ ਸਰੋਵਰ ਸਾਹਿਬ ਦੇ ਇਸ਼ਨਾਨ ਦੀ ਵੀ ਐਸੀ ਮਰਿਆਦਾ ਹੈ। ਇਹ ਨਹੀਂ ਵੀ ਲਿਬੜੇ ਤਿਬੜੇ ਆ ਕਰਕੇ ਸਰੋਵਰ 'ਚ ਇਸ਼ਨਾਨ, ਪਹਿਲਾਂ ਬਾਹਰ ਆਪਣਾ ਜਿਹੜਾ ਨਹਾਉਣਾ ਹੈ, ਸਰੀਰ ਦੀ ਮੈਲ ਲਾਉਣੀ, ਉਹ ਬਾਹਰ ਇਸ਼ਨਾਨ ਕੀਤਾ ਜਾਵੇ। ਇਤਿਹਾਸ ਵਿੱਚ ਵੀ ਇਹ ਬਚਨ ਆਇਆ ਹੈ। ਅੰਮ੍ਰਿਤ ਸਰੋਵਰ ਦੇ ਵਿੱਚ ਪਹਿਲੋਂ ਸਿੰਘ ਬਾਹਰ ਖੂਹ ਦੇ ਜਲ ਨਾਲ ਇਸ਼ਨਾਨ ਕਰਦੇ ਹੁੰਦੇ ਸੀ ਤੇ ਫਿਰ ਸਰੋਵਰ 'ਚ ਇਸ਼ਨਾਨ ਕਰਦੇ ਸੀ ਫਿਰ ਆ ਕੇ। ਇਸੇ ਤਰ੍ਹਾਂ ਜਿਹੜਾ ਅੰਮ੍ਰਿਤ ਵੇਲੇ ਦਾ ਇਸ਼ਨਾਨ ਉਹ ਤਾਂ ਆਪਾਂ ਸਾਰੇ ਘਰਾਂ ਵਿੱਚ ਕਰਦੇ ਹੀ ਹਾਂ। ਉਸ ਤੋਂ ਬਾਅਦ ਭਾਵਨਾ ਦੇ ਨਾਲ ਗੁਰੂ ਕੇ ਸਰੋਵਰ ਦੇ ਵਿੱਚ ਇਸ਼ਨਾਨ ਕੀਤਾ ਜਾਵੇ। ਤਾਂ ਇਹ ਜਿਹੜੀ ਪਵਿੱਤਰਤਾ ਹੈ ਇਹ ਸਰੀਰ ਦੀ ਰੱਖਣੀ ਵੀ ਜ਼ਰੂਰੀ ਹੈ। ਤੇ ਜਿਸ ਵੇਲੇ ਆ ਪਿੱਛੇ ਕਰੋਨਾ ਫੈਲਿਆ ਸੀ ਫਿਰ ਤਾਂ ਸਾਰੇ ਹੀ ਸਾਧ ਸੰਗਤ ਜੀ ਬੜੀ ਚੰਗੀ ਤਰ੍ਹਾਂ ਹੱਥ ਮਾਂਜਦੇ ਸੀ, ਧੋਂਦੇ ਸੀ। ਫਿਰ ਉਹ ਕਹਿੰਦੇ ਸੀ ਨਾ ਵੀ ਕਿੰਨੇ ਮਿੰਟ ਦੀ ਹੱਥ ਸਾਬਣ ਲਾ ਕੇ ਮਲੀ ਜਾਓ, ਧੋਈ ਜਾਓ, ਫਿਰ ਸਾਰੇ ਮੰਨਦੇ ਸੀ। ਪਰ ਜਿਸ ਵੇਲੇ ਕੋਈ ਗੁਰਮੁਖ ਪਿਆਰਾ, ਕੋਈ ਟਕਸਾਲਾਂ, ਕੋਈ ਸੰਪਰਦਾਵਾਂ, ਕੋਈ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਦੱਸੇ ਹੋਏ ਬਚਨ, ਉਹਨਾਂ ਨੂੰ ਕਹਿੰਦੇ ਵੀ ਇਹ ਪਖੰਡ ਹੈ ਜੀ, ਉਦੋਂ ਪਖੰਡ ਕਿਹਾ ਜਾਂਦਾ ਹੈ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ 2 ਪੰਕਤੀਆਂ ਇਹ ਕਰ ਕੇ ਪੂਰੀਆਂ। ਗਰੀਬ ਨਵਾਜ ਕਹਿੰਦੇ ਜਿੱਥੇ ਗ੍ਰਸਤੀ ਆ, ਬਹੁਤੇ ਬੱਚੇ ਹਨ, ਪਰਿਵਾਰ ਹੈ, ਤੇ ਤਨ ਵੀ ਸੁੱਚਾ, ਮਨ ਵੀ ਸੁੱਚਾ, ਬੁੱਧੀ ਵੀ ਸੁੱਚੀ ਹੈ। ਕਿਉਂਕਿ ਪੁੰਨ ਦਾਨ ਕਾ ਕਰੇ ਸਰੀਰ, ਸੋ ਗਿਰਹੀ ਗੰਗਾ ਕਾ ਨੀਰ। ਸੋ ਜਿਹੜਾ ਇਹ ਗੁਰੂ ਕੀ ਦਸੀ ਰਹਿਤ ਮਰਿਆਦਾ ਵਿੱਚ ਚੱਲੇ ਮਹਾਰਾਜ ਕਹਿੰਦੇ ਉਹ ਘਰ ਸਾਰਾ ਗ੍ਰਸਤੀਆਂ ਦਾ ਸੁੱਚਾ ਹੁੰਦਾ ਹੈ।
इस तरह सिक्ख्या दे करके महाराज अगले नगर नूं चले गए। उथे खूह वेखिया ते खूह विचों जल कढाया। फिर वो खूह का जल लिया के कलगीधर पातशाह नूं दिता। महाराज जल छक के तृप्त होए, प्यास दूर की। फिर अगे आगरे वाल नूं महाराज साहब जी जा रहे हैं ਸਿੰਘਾਂ ਦੇ ਸਮੇत। धन श्री गुरु गोबिंद सिंह सच्चे पातशाह तो सतगुरु साहब जी के पावनी इतिहास की विचार साझी करदिआं होइयां भुल्लां चुकां दी सतगुरु जी गुर संगत जी खिमा देनी। देहो सज्जणे असीस अड़ियां ज्यों होवै साहिब स्यों मेल। वाहिगुरु 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 वाहिगुरु। हे गोबिंद हे गोपाल हे दयाल लाल। प्राण नाथ अनाथ सखे दीन दर्द निवार। हे समरथ अगम पूरन मोहे मया तार। अंधकूप महाभयान नानक पारे उतार। आए प्रभ सरनागति कृपा निध दयाल। एक अखर हर मन बसत नानक होत। कथा निता प्रद होत है सुन हो सिंह सुजान। नानक गुर गोबिंद सिंह जी सदा करे कल्याण। नानक गुर गोबिंद सिंह जी सदा करे कल्याण। वाहिगुरु जी का खालसा वाहिगुरु जी की फतेह। सत श्री अकाल। वाहिगुरु जी का खालसा वाहिगुरु जी की फतेह।